ਅੰਮ੍ਰਿਤਸਰ। ਤੇ ਕੁਝ ਸਿੰਘਾਂ ਨੇ ਉਹਦਾ ਇਤਰਾਜ਼ ਕੀਤਾ ਕਿਉਂਕਿ ਉਹਨਾਂ ਨੇ ਬਕਾਇਦਾ ਜਾ ਕੇ ਕਿਹਾ ਕਿ ਤੁਸੀਂ ਨਾਮ ਨਹੀਂ ਵਿਗਾੜ ਸਕਦੇ। ਤਾਂ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਮਾਡਰਨ ਲੋਕ ਕਹਿੰਦੇ ਨਾ ਅਸੀਂ ਮਾਡਰਨ ਹੋ ਗਏ ਹਾਂ, ਤੇ ਉਹ ਕਹਿੰਦੇ ਜੀ ਸਾਨੂੰ ਤਾਂ ਅੰਮ੍ਰਿਤਸਰ ਕਹਿਣ 'ਚ ਹੀ ਮਜ਼ਾ ਆਉਂਦਾ, ਅਸੀਂ ਅੰਮ੍ਰਿਤਸਰ ਹੀ ਕਹਾਂਗੇ। ਮੈਨੂੰ ਹੈਰਾਨੀ ਵੀ ਹੁੰਦੀ ਆ ਸਾਡੇ ਲੋਕਾਂ ਦੀ ਸੋਚ ਦੇ ਉੱਤੇ, ਤੇ ਮੈਨੂੰ ਤਰਸ ਵੀ ਆਉਂਦਾ ਕਿ ਅਸੀਂ ਕਿੱਦਾਂ ਆਪਣੀਆਂ ਗਲਤੀਆਂ ਨੂੰ ਹੀ ਆਪਣਾ ਬੈਜ ਬਣਾ ਲੈਂਦੇ ਹਾਂ ਨਾ। ਪਰ ਪਤਾ ਨਹੀਂ ਕਿਹੜੀ ਈਗੋ ਦੇ ਵਿੱਚ ਮੈਂ ਕਹਾਂ ਜਾਂ ਕਿਹੜੀ ਮੂੜ ਮੱਤੀ ਦੇ ਵਿੱਚ ਮੈਂ ਕਹਾਂ, ਪਰ ਉਹਨਾਂ ਲੋਕਾਂ ਨੇ ਇਸ ਗੱਲ ਦਾ ਇੰਨਾ ਵੱਡਾ ਬਵਾਲ ਬਣਾ ਲਿਆ ਕਿ ਇਹ ਤਾਂ ਜੀ ਸਾਨੂੰ ਨਾਮ ਲੈਣ ਤੋਂ ਵੀ ਸਾਨੂੰ ਦੱਸਣਗੇ ਕਿ ਇਹ ਕਿੱਦਾਂ ਨਾਮ ਲੈਣੇ ਆ। ਕੁਝ ਲੋਕਾਂ ਨੂੰ ਮੈਂ ਸਿੰਘਾਂ ਦੇ ਲਈ, ਉਹਨਾਂ ਸਿੰਘਾਂ ਦੇ ਲਈ ਜਿਹੜੇ ਉੱਥੇ ਜਾ ਕੇ ਬਕਾਇਦਾ ਉਹਨਾਂ ਨੇ ਉਸ ਨਾਮ ਨੂੰ ਕਰੈਕਟ ਕਰਵਾਇਆ। ਮੈਨੂੰ ਨਹੀਂ ਪਤਾ ਕਿ ਹਜੇ ਹੁਣ ਪਿੱਛੇ ਜੇ ਖਬਰ ਆਈ ਸੀ, ਹੁਣ ਪਤਾ ਨਹੀਂ ਉਹ ਸੱਚ ਆ ਪਤਾ ਨਹੀਂ ਝੂਠ ਆ, ਕਿ ਉਹ ਦੁਬਾਰਾ ਉਸੇ ਤਰੀਕੇ ਨਾਲ ਹੀ ਉਹਨਾਂ ਨੇ ਨਾਮ ਵਿਗਾੜ ਦਿੱਤਾ। ਗੱਲ ਇਹ ਆ ਕਿ ਨਾਮਾਂ ਦੇ ਵਿੱਚ ਨਾ ਬਹੁਤ ਕੁਝ ਰੱਖਿਆ ਹੁੰਦਾ। ਅੰਮ੍ਰਿਤਸਰ ਜਿਹੜਾ ਹੈ ਉਹ ਸਾਡੇ ਲਈ ਸਿਰਫ ਇੱਕ ਨਗਰ ਨਹੀਂ ਆ, ਇੱਕ ਸ਼ਹਿਰ ਨਹੀਂ ਆ, ਉਹ ਸਾਡੇ ਲਈ ਸਾਡੀ ਹਸਤੀ ਆ, ਸਾਡੀ ਹੋਂਦ ਆ। ਕਿਸੇ ਦਾ ਨਾਮ ਬਲਦੇਵ ਸਿੰਘ ਆ ਤੇ ਉਸ ਨੂੰ ਮੈਂ ਉਹਦੇ ਵਿੱਚੋਂ ਲੱਲਾ ਕੱਢ ਦਿਆਂ ਤੇ ਬਲਦੇਵ ਸਿੰਘ ਕਰੀ ਜਾਵਾਂ, ਹੈ ਨਾ, ਜਾਂ ਉਹਦਾ ਦੱਦਾ ਕੱਢ ਦਿਆਂ ਤੇ ਬਲੇਵ ਸਿੰਘ ਕਰੀ ਜਾਵਾਂ, ਉਹ ਕਿੱਦਾਂ ਹੋਊਗਾ? ਉਹ ਤੁਹਾਨੂੰ ਠੀਕ ਲੱਗੂਗਾ? ਜਦੋਂ ਨਹੀਂ ਠੀਕ ਲੱਗੂਗਾ ਤਾਂ ਮੈਨੂੰ ਹੈਰਾਨੀ ਹੁੰਦੀ ਆ ਜਦੋਂ ਅਸੀਂ ਜਿਹੜੀਆਂ ਚੀਜ਼ਾਂ ਤਾਂ ਆਪਣੇ ਵਾਸਤੇ ਨੇ, ਜਿਹੜੀਆਂ ਚੀਜ਼ਾਂ ਅਸੀਂ ਆਪਣੀ ਨਿੱਜੀ ਸਵਾਰਥ ਲਈ ਚੀਜ਼ਾਂ ਨੇ, ਉਹਦੇ ਵਾਸਤੇ ਤਾਂ ਅਸੀਂ ਝੱਟ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਜਿਹੜੀਆਂ ਚੀਜ਼ਾਂ ਸਭ ਦੀਆਂ ਸਾਂਝੀਆਂ ਨੇ ਔਰ ਜਿਹਦੇ ਨਾਲ ਹਰ ਇੱਕ ਬੰਦਾ ਜਿਹੜਾ ਉਹ ਇੰਟਰ ਰਿਲੇਟ ਕਰਦਾ, ਉਹ ਆਪਣੇ ਆਪ ਨੂੰ, ਉਹਦੀ ਆਈਡੈਂਟੀਟੀ ਉਹਦੇ ਨਾਲ ਰਿਲੇਟ ਕਰਦੀ ਆ, ਉਹਨਾਂ ਵਾਸਤੇ ਅਸੀਂ ਇਸ ਤਰੀਕੇ ਦੇ ਕਿਉਂ ਫੂਹੜ ਮੱਤੇ ਜੇ ਕਿਉਂ ਹੋ ਜਾਂਦੇ ਆ ਕਿ ਲੈ ਅਸੀਂ ਤਾਂ ਅੰਮ੍ਰਿਤਸਰ ਹੀ ਕਵਾਂਗੇ। ਇਹ ਕੋਈ ਸ਼ੇਖੀ ਨਹੀਂ ਸੀ। ਅੰਮ੍ਰਿਤਸਰ ਨੂੰ ਜਿਹੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਅੰਮ੍ਰਿਤਸਰ ਕਿਹਾ ਕਰਦੇ ਸੀ, ਉਹਨਾਂ ਦੇ ਵਿੱਚੋਂ ਬਹੁਤਾਤ ਦੇ ਵਿੱਚ ਅਨਪੜ੍ਹ ਲੋਕ ਸੀਗੇ। ਸ਼ਾਇਦ ਉਹਨਾਂ ਨੂੰ ਅੰਮ੍ਰਿਤਸਰ ਦਾ ਮਤਲਬ ਸਮਝ ਨਹੀਂ ਸੀ ਆਉਂਦਾ, ਪਰ ਜਿਨ੍ਹਾਂ ਨੂੰ ਆਉਂਦਾ ਸੀ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਪਹਿਲਾਂ ਵੀ ਕਹਿੰਦੇ ਰਹੇ ਆ, ਹੁਣ ਵੀ ਕਹਿੰਦੇ ਆ, ਅੱਗੇ ਵੀ ਕਹਿੰਦੇ ਰਹਿਣਗੇ। ਜਿਹੜੀ ਸੁਸਾਇਟੀ ਦੇ ਵਿੱਚ ਕੁਝ ਲੋਕਾਂ ਨੂੰ ਇਹ ਲੱਗੂਗਾ ਕਿ ਮੈਂ ਜ਼ਿਆਦਾ ਵੱਡਾ ਆ, ਦੂਜੇ ਮੇਰੇ ਤੋਂ ਛੋਟੇ ਆ, ਉਹਨਾਂ ਸੁਸਾਇਟੀਜ਼ ਦੇ ਵਿੱਚ ਹਮੇਸ਼ਾ ਕੌਨਫਲਿਕਟ ਰਹੂਗਾ ਹੀ ਰਹੂਗਾ। ਕੌਨਫਲਿਕਟ ਹੀ ਉਦੋਂ ਪੈਂਦਾ ਜਦੋਂ ਕੁਝ ਲੋਕਾਂ ਨੂੰ ਲੱਗਣ ਲੱਗ ਜਾਂਦਾ ਕਿ ਸਾਡੇ ਤੋਂ ਵਧੀਆ ਕੋਈ ਹੋਰ ਹੈ ਨਹੀਂ, ਉਦੋਂ ਕੌਨਫਲਿਕਟ ਸ਼ੁਰੂ ਹੁੰਦੇ ਆ। ਹੁਣ ਜੇ ਆਪਾਂ ਇਸ ਟਾਈਮ ਦੇ ਉੱਪਰ ਇੰਡੀਆ ਦੀ ਗੱਲ ਕਰ ਲਈਏ ਤਾਂ ਉੱਥੇ ਕੌਨਫਲਿਕਟ ਦਾ ਇਸ ਟਾਈਮ ਤੇ ਕਾਰਨ ਕੀ ਹੈ? ਕਿਉਂਕਿ ਇੱਕ ਧਿਰ ਨੂੰ ਇਹ ਲੱਗ ਰਿਹਾ ਕਿ ਇਹ ਸਾਡਾ ਰਾਸ਼ਟਰ ਹੈ, ਉਹ ਇਹਨੂੰ ਕਹਿ ਰਹੇ ਹਿੰਦੂ ਰਾਸ਼ਟਰ ਹੈ। ਹੁਣ ਹਿੰਦੂ ਰਾਸ਼ਟਰ ਵਰਗੀ ਕੋਈ ਚੀਜ਼ ਹੈ ਨਹੀਂ, ਪਰ ਉਹ ਧੱਕੇ ਨਾਲ ਹੀ ਕਹੀ ਜਾ ਰਹੇ। ਉਹਨਾਂ ਦੇ ਦਿਮਾਗ 'ਚ ਇੱਕ ਗੱਲ ਪਾਈ ਜਾ ਰਹੀ ਹੈ ਕਿ ਬੀਇੰਗ ਅ ਹਿੰਦੂ ਤੁਸੀਂ ਬਾਕੀਆਂ ਨਾਲੋਂ ਸੁਪਰੀਮ ਹੋ। ਬਹੁਤ ਸਾਰੇ ਹਿੰਦੂ ਭੈਣ ਭਰਾ ਇਹ ਗੱਲ ਨਹੀਂ ਮੰਨਦੇ। ਮੈਂ ਇਹ ਦੁਬਾਰਾ ਬੋਲ ਦਿੰਦੀ ਹਾਂ, ਬਹੁਤ ਸਾਰੇ ਹਿੰਦੂ ਭੈਣ ਭਰਾ ਇਸ ਗੱਲ ਨੂੰ ਨਹੀਂ ਮੰਨਦੇ। ਉਹ ਇਕੁਐਲਿਟੀ ਦੇ ਵਿੱਚ, ਕਿਉਂਕਿ ਉਹ ਵੀ ਉਸੇ ਤਰ੍ਹਾਂ ਦੀਆਂ ਹੀ ਮਾਰਾਂ ਚੱਲ ਰਹੇ ਨੇ, ਮਹਿੰਗਾਈ ਦੀਆਂ, ਹਰ ਤਰ੍ਹਾਂ ਦੀਆਂ ਜਿੱਦਾਂ ਦੀਆਂ ਬਾਕੀ ਚੱਲ ਰਹੇ ਨੇ, ਹੈ ਨਾ, ਪਰ ਫਿਰ ਵੀ ਉਹਨਾਂ ਨੂੰ ਇਹ ਗੱਲ ਦੱਸੀ ਜਾ ਰਹੀ ਆ, ਉਹਨਾਂ ਨੂੰ ਇਹ ਗੱਲ ਥੋਪੀ ਜਾ ਰਹੀ ਆ ਕਿ ਇੱਕ ਪਰਟੀਕੂਲਰ ਜਿਹੜੀ ਧਿਰ ਹੈ ਨਾ ਉਹ ਜ਼ਿਆਦਾ ਸੁਪਰੀਮ ਹੈ, ਉਹ ਜ਼ਿਆਦਾ ਚੰਗੀ ਆ ਬਾਕੀਆਂ ਨਾਲੋਂ। ਸੋ ਇਹ ਜਿਹੜਾ ਇੱਕ ਪੂਰਾ ਰਾਸ਼ਟਰ ਹੈ ਉਹ ਇੱਕ ਪਰਟੀਕੂਲਰ ਧਿਰ ਦਾ ਜ਼ਿਆਦਾ ਰਾਸ਼ਟਰ ਹੈ, ਬਾਕੀਆਂ ਦਾ ਘੱਟ ਰਾਸ਼ਟਰ ਹੈ। ਜਿੱਥੇ ਇਹ ਹੋਊਗਾ ਨਾ ਇੰਬੈਲੈਂਸ, ਉੱਥੇ ਕੌਨਫਲਿਕਟ ਰਹੂਗਾ ਹੀ ਰਹੂਗਾ। ਸੋ ਗੁਰੂ ਮਹਾਰਾਜ ਸੁਸਾਇਟੀ ਨੂੰ ਇਸ ਕੌਨਫਲਿਕਟ ਤੋਂ ਬਚਾਉਣ ਦੇ ਲਈ ਉਹ ਜਾਤ ਪਾਤ ਤੋੜਨ ਦੀ ਜਿਹੜੀ ਉਹਨਾਂ ਦੀ ਪਹਿਲੇ ਦਿਨ ਤੋਂ ਮਿਸ਼ਨ ਸੀਗਾ, ਗੁਰੂ ਨਾਨਕ ਦੇ ਸਮੇਂ ਤੋਂ ਮਿਸ਼ਨ ਸੀਗਾ, ਉਸ ਨੂੰ ਬਕਾਇਦਾ ਜਿਹੜਾ ਹੈ ਉਹ ਉਹਨੂੰ ਪ੍ਰੈਕਟੀਕਲ ਰੂਪ ਦਿੰਦੇ ਨੇ ਔਰ ਕਿਰਤੀਆਂ ਨੂੰ ਸ਼ਾਹਾਂ ਦੇ ਬਰਾਬਰ ਲਿਆ ਕੇ ਖੜਾ ਕਰਦੇ ਨੇ। ਹੁਣ ਅੰਮ੍ਰਿਤਸਰ ਨਗਰੀ ਦੇ ਵਿੱਚ ਕਿਰਤੀ ਇੱਕ ਪਾਸੇ ਨਹੀਂ ਨੇ, ਉਹ ਪਿੰਡੋਂ ਬਾਹਰ ਨਹੀਂ ਰਹਿ ਰਹੇ, ਉਹ ਬਕਾਇਦਾ ਉਹਨਾਂ ਦੇ ਨਾਲ ਰਹਿ ਰਹੇ ਨੇ। ਜਿੱਥੇ ਕਿਰਤੀ ਦਿਖ ਰਿਹਾ ਉੱਥੇ ਸ਼ਾਹ ਵੀ ਦਿਖ ਰਹੇ, ਜਿੱਥੇ ਸ਼ਾਹ ਦਿਖ ਰਹੇ ਉੱਥੇ ਕਿਰਤੀ ਵੀ ਦਿਖ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਜਿਵੇਂ ਕਿ ਹਰ ਇੱਕ ਐਪੀਸੋਡ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਆਪ ਸਭ ਨੂੰ ਇੱਕ ਬੇਨਤੀ ਕਰਦੀ ਹਾਂ ਅਤੇ ਉਸ ਦੇ ਨਾਲ ਹੀ ਮੈਂ ਆਪ ਦਾ ਸ਼ੁਕਰੀਆ ਅਦਾ ਵੀ ਕਰਦੀ ਹਾਂ ਕਿ ਜਿਹੜਾ ਤੁਸੀਂ ਆਪਣੀਆਂ ਈਮੇਲਸ ਦੇ ਜ਼ਰੀਏ ਮੇਰਾ ਇੱਕ ਹੌਸਲਾ ਅਫਜ਼ਾਈ ਕਰਦੇ ਰਹਿੰਦੇ ਆ। ਤੁਹਾਡੇ ਈਮੇਲਸ ਦੇ ਜ਼ਰੀਏ ਮੈਨੂੰ ਇਹ ਪਤਾ ਲੱਗਦਾ ਰਹਿੰਦਾ ਕਿ ਜਿਹੜਾ ਇਹ ਪ੍ਰੋਗਰਾਮ ਹੈ, ਕਿਆ ਉਹ ਆਪਣੇ ਟੀਚੇ ਨੂੰ, ਜਿਸ ਕਾਰਨ ਵਾਸਤੇ ਇਹ ਪ੍ਰੋਗਰਾਮ ਸ਼ੁਰੂ ਹੋਇਆ ਸੀ, ਕੀਤਾ ਗਿਆ ਸੀ, ਕਿਆ ਉਸ ਨੂੰ ਇਹ ਫੁਲਫਿਲ ਕਰ ਰਿਹਾ ਜਾਂ ਨਹੀਂ ਕਰ ਰਿਹਾ, ਜਾਂ ਮੈਂ ਕਿੱਥੇ ਕਮੀਆਂ ਛੱਡ ਰਹੀ ਹਾਂ, ਕਿੱਥੇ ਹੋਰ ਇੰਪਰੂਵਮੈਂਟ ਦੀ ਲੋੜ ਹੈ। ਅਤੇ ਜਿੱਥੇ ਮੈਂ ਸਹੀ ਕਰ ਰਹੀ ਹਾਂ, ਜਦੋਂ ਉਹਦੇ ਵਾਸਤੇ ਵੀ ਮੈਨੂੰ ਕੁਛ ਇਨਕਰੇਜਮੈਂਟ ਮਿਲਦੀ ਹੈ, ਜਦੋਂ ਤੁਹਾਡੇ ਵੱਲੋਂ ਕੋਈ ਇੱਕ ਈਮੇਲ ਆ ਜਾਂਦੀ ਹੈ ਜਿਹਦੇ ਵਿੱਚ ਦੱਸਿਆ ਹੁੰਦਾ ਕਿ ਪ੍ਰੋਗਰਾਮ ਠੀਕ ਲੱਗਾ ਸੀ,
ਤਾਂ ਉਹ ਵੀ ਯਕੀਨ ਮੰਨਿਓ ਜੇ ਕਿ ਇੱਕ ਬਹੁਤ ਆਪਣੇ ਆਪ ਦੇ ਵਿੱਚ ਮੈਨੂੰ ਹੱਲਾਸ਼ੇਰੀ ਹੁੰਦੀ ਆ ਅਤੇ ਮੈਂ ਅਗਲੀ ਵਾਰੀ ਹੋਰ ਜ਼ਿਆਦਾ ਮਿਹਨਤ ਕਰਕੇ ਆਉਣ ਦੀ ਕੋਸ਼ਿਸ਼ ਕਰਦੀ ਹਾਂ। ਸੋ ਬੇਨਤੀ ਕਬੂਲ ਕਰੋ ਔਰ ਹਮੇਸ਼ਾ ਮੈਨੂੰ ਲਿਖਦੇ ਰਿਹਾ ਕਰੋ, ਕਿਉਂਕਿ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਤੁਹਾਡੀਆਂ ਈਮੇਲਸ ਨੇ ਮੇਰੇ ਲਈ, ਮੇਰੇ ਮਾਰਗਦਰਸ਼ਕ ਜਿਹੜੇ ਨੇ ਨਾ ਇਸ ਪ੍ਰੋਗਰਾਮ ਦੇ ਖਾਸ ਤੌਰ 'ਤੇ ਜਿਹੜੇ ਮਾਰਗਦਰਸ਼ਕ ਆ ਉਹ ਉਹੀ ਈਮੇਲਸ ਨੇ ਕਿ ਮੈਂ ਇਹ ਕਿੱਧਰ ਨੂੰ ਲੈ ਕੇ ਜਾ ਰਹੀ ਹਾਂ ਜਾਂ ਇਹ ਪ੍ਰੋਗਰਾਮ ਕਿਹੜੇ ਪਾਸੇ ਜਾ ਰਿਹਾ, ਸਹੀ ਜਾ ਰਿਹਾ, ਨਹੀਂ ਜਾ ਰਿਹਾ, ਕਮੀਆਂ ਪੇਸ਼ੀਆਂ ਸਾਰੀਆਂ ਪਤਾ ਲੱਗਦੀਆਂ ਰਹਿੰਦੀਆਂ। ਸੋ ਜ਼ਰੂਰ ਲਿਖਦੇ ਰਿਹਾ ਕਰੋ, ਮੈਨੂੰ ਤੁਹਾਡੀ ਈਮੇਲਸ ਦਾ ਇੰਤਜ਼ਾਰ ਰਹਿੰਦਾ। ਹਰ ਐਤਵਾਰ ਨੂੰ ਮੈਂ ਤੁਹਾਡੀਆਂ ਈਮੇਲਸ ਦੀ ਵੇਟ ਕਰਨ ਲੱਗ ਜਾਂਦੀ ਹਾਂ ਅਤੇ ਸੋਮਵਾਰ ਤਕਰੀਬਨ ਮੈਂ ਮੰਡੇ ਨੂੰ ਹਰ ਕਿਸੇ ਈਮੇਲ ਦਾ ਜਵਾਬ ਦਿੰਦੀ ਹੁੰਦੀ ਹਾਂ। ਸੋ ਜ਼ਰੂਰ ਲਿਖਦੇ ਰਿਹਾ ਕਰੋ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਤੇ ਪਿਛਲਾ ਜਿਹੜਾ ਐਪੀਸੋਡ ਜਿੱਥੇ ਆਪਾਂ ਛੱਡਿਆ ਸੀ, ਆਪਾਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਵਸਾਇਆ ਜਾਣਾ। ਗੁਰੂ ਰਾਮਦਾਸ ਮਹਾਰਾਜ ਨੇ ਜਿਸ ਤਰੀਕੇ ਨਾਲ ਅੰਮ੍ਰਿਤਸਰ ਸਾਹਿਬ ਦੀ ਇੱਕ ਸਿਰਜਣਾ ਕੀਤੀ ਹੈ, ਜਿਸ ਤਰੀਕੇ ਨਾਲ ਸਾਰਾ ਕੰਮ ਹੋਇਆ, ਜੋ ਵਿਉਂਤਬੰਦੀ ਹੋਈ ਹੈ, ਉਹ ਸਾਰੇ ਬਾਰੇ ਆਪਾਂ ਡਿਸਕਸ ਕਰ ਰਹੇ ਸੀ। ਔਰ ਪਿਛਲਾ ਐਪੀਸੋਡ ਵਿੱਚ ਮੈਂ ਕਾਫੀ ਇੱਕ ਡਿਟੇਲ ਦੇ ਵਿੱਚ ਇਹਦੇ ਬਾਰੇ ਗੱਲ ਕੀਤੀ ਸੀ ਕਿ ਕਿਸ ਤਰੀਕੇ ਨਾਲ ਹੋਇਆ ਸੀ। ਔਰ ਉਦੋਂ ਆਪਾਂ ਜਿੱਥੇ ਛੱਡਿਆ ਸੀਗਾ ਉਹ ਇਹ ਸੀ ਕਿ ਅਗਲੇ ਐਪੀਸੋਡ ਯਾਨੀ ਕਿ ਅੱਜ ਦੇ ਐਪੀਸੋਡ ਵਿੱਚ ਆਪਾਂ ਗੱਲ ਇਹ ਕਰਾਂਗੇ ਕਿ ਗੁਰੂ ਮਹਾਰਾਜ ਦਾ ਉਸ ਪਵਿੱਤਰ ਜਗ੍ਹਾ, ਪਵਿੱਤਰ ਸ਼ਹਿਰ ਨੂੰ ਵਸਾਉਣ ਦਾ ਜਿਹੜਾ ਉਹਨਾਂ ਨੇ ਇੱਕ ਤਰੀਕਾ ਅਪਣਾਇਆ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਉੱਥੇ ਵਿਉਂਤਬੰਦੀ ਕੀਤੀ, ਉਹਦਾ ਸਾਡੇ ਲਈ ਮਤਲਬ ਕੀ ਆ, ਉਹਦਾ ਸਾਡੇ ਲਈ ਅਰਥ ਕੀ ਆ ਔਰ ਅਸੀਂ ਉਹਨੂੰ ਕਿਸ ਤਰੀਕੇ ਨਾਲ ਸਮਝਣਾ। ਅੰਮ੍ਰਿਤਸਰ ਜਦੋਂ ਪਿੱਛੇ ਜੇ ਇੱਕ ਖਬਰ ਉੱਡੀ ਨਹੀਂ ਸੀ ਬਲਕਿ ਖਬਰ ਸੱਚ ਸੀਗੀ, ਇੱਕ ਕਿਸੇ ਮੌਲ ਵਾਲਿਆਂ ਨੇ ਬਾਹਰ ਉਹਦੇ ਲਿਖ ਦਿੱਤਾ, ਇੱਕ ਮੌਲ ਬਣਾਇਆ ਅਤੇ ਉੱਥੇ ਲਿਖ ਦਿੱਤਾ ਅੰਬਰਸਰ, ਅਤੇ ਕੁਛ ਸਿੰਘਾਂ ਨੇ ਉਹਦਾ ਇਤਰਾਜ਼ ਕੀਤਾ ਕਿਉਂਕਿ ਉਹਨਾਂ ਨੇ ਬਕਾਇਦਾ ਜਾ ਕੇ ਕਿਹਾ ਕਿ ਤੁਸੀਂ ਨਾਮ ਨਹੀਂ ਵਿਗਾੜ ਸਕਦੇ। ਤਾਂ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਮਾਡਰਨ ਲੋਕ ਕਹਿੰਦੇ ਨਾ ਅਸੀਂ ਮਾਡਰਨ ਹੋ ਗਏ ਹਾਂ, ਅਤੇ ਉਹ ਕਹਿੰਦੇ ਜੀ ਸਾਨੂੰ ਤਾਂ ਅੰਬਰਸਰ ਕਹਿਣ 'ਚ ਹੀ ਮਜ਼ਾ ਆਉਂਦਾ, ਅਸੀਂ ਅੰਬਰਸਰ ਹੀ ਕਹਾਂਗੇ। ਮੈਨੂੰ ਹੈਰਾਨੀ ਵੀ ਹੁੰਦੀ ਆ ਸਾਡੇ ਲੋਕਾਂ ਦੀ ਸੋਚ ਦੇ ਉੱਤੇ, ਅਤੇ ਮੈਨੂੰ ਤਰਸ ਵੀ ਆਉਂਦਾ ਕਿ ਅਸੀਂ ਕਿੱਦਾਂ ਆਪਣੀਆਂ ਗਲਤੀਆਂ ਨੂੰ ਹੀ ਆਪਣਾ ਬੈਜ ਬਣਾ ਲੈਂਦੇ ਹਾਂ ਨਾ, ਬੈਜ ਆਫ ਆਨਰ, ਹੈ ਨਾ, ਕਿ ਕੁਛ ਗਲਤ ਕੀਤਾ ਅਤੇ ਆਪਾਂ ਉਹਨੂੰ ਹੀ ਸਹਰਾਈ ਜਾਂਦੇ ਹਾਂ ਕਿ ਬਜਾਏ ਇਹਦੇ ਕਿ ਆਪਾਂ ਇਹ ਮੰਨ ਲਈਏ ਕਿ ਚਲੋ ਜੀ ਮੈਨੂੰ ਗਲਤੀ ਹੋ ਗਈ, ਮੈਨੂੰ ਨਹੀਂ ਪਤਾ ਸੀਗਾ। ਕਿਉਂਕਿ ਇਨਸਾਨ ਜਿਹੜਾ ਉਹ ਸਰਬ ਗੁਣ ਸੰਪੰਨ ਕਦੀ ਵੀ ਨਹੀਂ ਹੁੰਦਾ। ਹਰ ਇੱਕ ਇਨਸਾਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਖਾਮੀ ਰਹਿ ਜਾਂਦੀ ਆ, ਕੋਈ ਗਲਤੀ ਰਹਿ ਜਾਂਦੀ, ਉਹ ਮੰਨ ਲੈਣੀ ਚਾਹੀਦੀ ਆ। ਪਰ ਪਤਾ ਨਹੀਂ ਕਿਹੜੀ ਈਗੋ ਦੇ ਵਿੱਚ ਮੈਂ ਕਹਾਂ ਜਾਂ ਕਿਹੜੀ ਮੂੜ ਮੱਤੀ ਦੇ ਵਿੱਚ ਮੈਂ ਕਹਾਂ, ਪਰ ਉਹਨਾਂ ਲੋਕਾਂ ਨੇ ਇਸ ਗੱਲ ਦਾ ਇੰਨਾ ਵੱਡਾ ਬਵਾਲ ਬਣਾ ਲਿਆ ਕਿ ਇਹ ਤਾਂ ਜੀ ਸਾਨੂੰ ਨਾਮ ਲੈਣ ਤੋਂ ਵੀ ਇਹ ਸਾਨੂੰ ਦੱਸਣਗੇ ਕਿ ਇਹ ਕਿੱਦਾਂ ਨਾਮ ਲੈਣੇ ਆ। ਕੁਛ ਲੋਕਾਂ ਨੂੰ ਮੈਂ ਉਹਨਾਂ ਸਿੰਘਾਂ ਦੇ ਲਈ ਜਿਹੜੇ ਉੱਥੇ ਜਾ ਕੇ ਬਕਾਇਦਾ ਉਹਨਾਂ ਨੇ ਉਸ ਨਾਮ ਨੂੰ ਕਰੈਕਟ ਕਰਵਾਇਆ। ਮੈਨੂੰ ਨਹੀਂ ਪਤਾ ਕਿ ਹਜੇ ਹੁਣ ਪਿੱਛੇ ਜੇ ਖਬਰ ਆਈ ਸੀ, ਹੁਣ ਪਤਾ ਨਹੀਂ ਉਹ ਸੱਚ ਆ ਪਤਾ ਨਹੀਂ ਝੂਠ ਆ, ਕਿ ਉਹ ਦੁਬਾਰਾ ਉਸੇ ਤਰੀਕੇ ਨਾਲ ਹੀ ਉਹਨਾਂ ਨੇ ਨਾਮ ਵਿਗਾੜ ਦਿੱਤਾ। ਗੱਲ ਇਹ ਆ ਕਿ ਨਾਮਾਂ ਦੇ ਵਿੱਚ ਨਾ ਬਹੁਤ ਕੁਛ ਰੱਖਿਆ ਹੁੰਦਾ। ਅੰਮ੍ਰਿਤਸਰ ਜਿਹੜਾ ਹੈ ਉਹ ਸਾਡੇ ਲਈ ਸਿਰਫ ਇੱਕ ਨਗਰ ਨਹੀਂ ਆ, ਇੱਕ ਸ਼ਹਿਰ ਨਹੀਂ ਆ, ਉਹ ਸਾਡੇ ਲਈ ਸਾਡੀ ਹਸਤੀ ਆ, ਸਾਡੀ ਹੋਂਦ ਆ। ਕਿੱਦਾਂ ਹੋਂਦ ਆ, ਕੁਛ ਕੁ ਹਿੱਸੇ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਡਿਸਕਸ ਕਰ ਲਏ ਸੀਗੇ, ਕੁਛ ਕੁ ਹਿੱਸੇ ਜਿਹੜੇ ਉਹ ਆਪਾਂ ਅੱਜ ਡਿਸਕਸ ਕਰਾਂਗੇ। ਪਰ ਉਸ ਤੋਂ ਪਹਿਲਾਂ ਇੱਕ ਬੜੀ ਇੰਪੋਰਟੈਂਟ ਗੱਲ ਆ, ਉਹ ਨਾਮ ਦੀ ਗੱਲ ਆ, ਉਹ ਥੋੜ੍ਹੀ ਜਿਹੀ ਕਰ ਲਈ ਜਾਵੇ ਤਾਂ ਚੰਗਾ। ਨਾਮਾਂ ਦੇ ਵਿੱਚ ਨਾ ਬਹੁਤ ਕੁਛ ਹੁੰਦਾ। ਬਹੁਤ ਸਾਰੇ ਲੋਕ ਕਹਿ ਦਿੰਦੇ ਆ ਜੀ ਲੈ ਅੰਬਰਸਰ ਕਹਿ ਲਓ, ਅੰਮ੍ਰਿਤਸਰ ਕਹਿ ਲਓ, ਕੀ ਫ਼ਰਕ ਪੈਂਦਾ। ਹੁਣ ਜ਼ਰਾ ਇਹ ਸੋਚ ਕੇ ਦੇਖਿਓ ਜੇ ਕਿ ਮੇਰਾ ਨਾਮ ਕਿਰਨਪ੍ਰੀਤ ਆ ਅਤੇ ਮੈਨੂੰ ਕੋਈ ਕਰਨਪ੍ਰੀਤ ਕਹੀ ਜਾਏ ਤਾਂ ਮੈਂ ਉਹਨੂੰ, ਇਹ ਤਾਂ ਹੋ ਸਕਦਾ ਕਿ ਮੈਂ ਸੋਚਾਂ ਕਿ ਛੱਡੋ ਪਰੇ, ਇਹਦੀ ਜਿਹੜੀ ਪ੍ਰੋਨੰਸੀਏਸ਼ਨ ਆ ਉਹੀ ਖਰਾਬ ਆ, ਹੈ ਨਾ, ਜਾਂ ਇਹਨੂੰ ਬੋਲਣਾ ਹੀ ਨਹੀਂ ਆਉਂਦਾ, ਇਹ ਤਾਂ ਮੈਂ ਸਮਝ ਸਕਦੀ ਹਾਂ। ਪਰ ਮੈਂ ਮੰਨੂਗੀ ਨਹੀਂ ਕਿ ਮੇਰਾ ਨਾਮ ਕਰਨਪ੍ਰੀਤ ਆ, ਹੈ ਨਾ। ਜਾਂ ਇਸ ਤਰੀਕੇ ਨਾਲ ਬਹੁਤ ਵਾਰ ਹੁੰਦਾ, ਕਿਸੇ ਦਾ ਨਾਮ ਬਲਦੇਵ ਸਿੰਘ ਆ ਅਤੇ ਉਸ ਨੂੰ ਮੈਂ ਉਹਦੇ ਵਿੱਚੋਂ ਲੱਲਾ ਕੱਢ ਦਿਆਂ ਅਤੇ ਬਲਦੇਵ ਸਿੰਘ ਕਰੀ ਜਾਵਾਂ, ਹੈ ਨਾ, ਜਾਂ ਉਹਦਾ ਦੱਦਾ ਕੱਢ ਦਿਆਂ ਅਤੇ ਬਲੇਵ ਸਿੰਘ ਕਰੀ ਜਾਵਾਂ। ਉਹ ਕਿੱਦਾਂ ਹੋਊਗਾ? ਉਹ ਤੁਹਾਨੂੰ ਠੀਕ ਲੱਗੂਗਾ? ਜਦੋਂ ਨਹੀਂ ਠੀਕ ਲੱਗੂਗਾ ਤਾਂ ਮੈਨੂੰ ਹੈਰਾਨੀ ਹੁੰਦੀ ਆ ਜਦੋਂ ਅਸੀਂ ਜਿਹੜੀਆਂ ਚੀਜ਼ਾਂ ਤਾਂ ਆਪਣੇ ਵਾਸਤੇ ਨੇ, ਜਿਹੜੀਆਂ ਚੀਜ਼ਾਂ ਅਸੀਂ ਆਪਣੇ ਨਿੱਜੀ ਸਵਾਰਥ ਲਈ ਚੀਜ਼ਾਂ ਨੇ, ਉਹਦੇ ਵਾਸਤੇ ਤਾਂ ਅਸੀਂ ਝੱਟ ਲੜਨ ਨੂੰ ਤਿਆਰ ਹੋ ਜਾਂਦੇ ਹਾਂ। ਜਿਹੜੀਆਂ ਚੀਜ਼ਾਂ ਸਭ ਦੀਆਂ ਸਾਂਝੀਆਂ ਨੇ ਔਰ ਜਿਹਦੇ ਨਾਲ ਹਰ ਇੱਕ ਬੰਦਾ ਜਿਹੜਾ ਉਹ ਇੰਟਰ ਰਿਲੇਟ ਕਰਦਾ, ਉਹ ਆਪਣੇ ਆਪ ਨੂੰ, ਉਹਦੀ ਆਈਡੈਂਟੀਟੀ ਉਹਦੇ ਨਾਲ ਰਿਲੇਟ ਕਰਦੀ ਆ, ਉਹਨਾਂ ਵਾਸਤੇ ਅਸੀਂ ਇਸ ਤਰੀਕੇ ਦੇ ਕਿਉਂ ਫੂਹੜ ਮੱਤੇ ਜੇ ਕਿਉਂ ਹੋ ਜਾਂਦੇ ਹਾਂ ਕਿ ਲੈ ਅਸੀਂ ਤਾਂ ਅੰਬਰਸਰ ਹੀ ਕਹਾਂਗੇ। ਇਹ ਕੋਈ ਸ਼ੇਖੀ ਨਹੀਂ ਸੀ। ਅੰਬਰਸਰ ਨੂੰ ਜਿਹੜੇ ਲੋਕ ਪੁਰਾਣੇ ਸਮਿਆਂ ਦੇ ਵਿੱਚ ਅੰਬਰਸਰ ਕਿਹਾ ਕਰਦੇ ਸੀ, ਉਹਨਾਂ ਦੇ ਵਿੱਚੋਂ ਬਹੁਤਾਤ ਦੇ ਵਿੱਚ ਅਨਪੜ੍ਹ ਲੋਕ ਸੀਗੇ।
ਸ਼ਾਇਦ ਉਹਨਾਂ ਨੂੰ ਅੰਮ੍ਰਿਤਸਰ ਦਾ ਮਤਲਬ ਸਮਝ ਨਹੀਂ ਸੀ ਆਉਂਦਾ, ਪਰ ਜਿਨ੍ਹਾਂ ਨੂੰ ਆਉਂਦਾ ਸੀ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਪਹਿਲਾਂ ਵੀ ਕਹਿੰਦੇ ਰਹੇ ਆ, ਹੁਣ ਵੀ ਕਹਿੰਦੇ ਆ, ਅੱਗੇ ਵੀ ਕਹਿੰਦੇ ਰਹਿਣਗੇ। ਸੋ ਆਪਾਂ ਨਾ ਆਪਣੀਆਂ ਗਲਤੀਆਂ ਨੂੰ ਬਜਾਏ ਇਹਦੇ ਕਿ ਬੈਜ ਆਫ ਆਨਰ ਬਣਾ ਕੇ ਤੇ ਆਪਣੇ ਇੱਕ ਮਾਡਰਨਿਟੀ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਉਹਦੇ ਥੱਲੇ ਦੱਬ ਦੇਣ ਦੀ ਬਜਾਏ ਨਾ ਅਸੀਂ ਉਹਨਾਂ ਗਲਤੀਆਂ ਨੂੰ ਸਵੀਕਾਰ ਕਰਨਾ ਸ਼ੁਰੂ ਕਰੀਏ ਔਰ ਇਹ ਸਮਝਣਾ ਸ਼ੁਰੂ ਕਰੀਏ ਕਿ ਕੋਈ ਗੱਲ ਨਹੀਂ, ਹਰ ਬੰਦਾ ਜਿਹੜਾ ਹੈ ਉਹ ਸਹੀ ਨਹੀਂ ਹੁੰਦਾ, ਹਰ ਇੱਕ ਲੈਵਲ ਦੇ ਉੱਤੇ ਸਹੀ ਨਹੀਂ ਹੁੰਦਾ। ਕੋਈ ਇੱਕ ਰਾਈਟਰ ਹੋ ਸਕਦਾ ਉਹਦੀ ਨਾਵਲ ਲਿਖਣ ਦੇ ਉੱਤੇ ਪਕੜ ਬਹੁਤ ਵਧੀਆ ਹੋਵੇ, ਪਰ ਜ਼ਰੂਰੀ ਨਹੀਂ ਕਿ ਉਹਦੀ ਜਿਹੜੀ ਪੋਲੀਟੀਕਲ ਪਕੜ ਆ ਉਹ ਵੀ ਉਨੀ ਸਟਰੋਂਗ ਹੋਵੇ। ਹੋ ਸਕਦਾ ਉਹ ਪੋਲੀਟੀਕਲੀ ਬਹੁਤ ਬਹੁਤ ਅਨਐਡੂਕੇਟਿਡ ਹੋਵੇ ਔਰ ਉਹਨੂੰ ਨਹੀਂ ਸਮਝ ਲੱਗ ਰਿਹਾ ਹੋਵੇ ਉਹ ਕੀ ਬੋਲ ਰਿਹਾ, ਜਾਂ ਹੋ ਸਕਦਾ ਕੋਈ ਪੋਲੀਟੀਕਲੀ ਬੜਾ ਸਟਰੋਂਗ ਹੋਵੇ ਅਤੇ ਉਹਨੂੰ ਐਗਰੀਕਲਚਰ ਦੀ ਨੌਲੇਜ ਨਾ ਹੋਵੇ। ਹੁਣ ਕੋਈ ਇਹ ਕਹੇ ਕਿ ਕਿਉਂਕਿ ਮੈਂ ਇਕੋਨੋਮਿਸਟ ਬਹੁਤ ਵਧੀਆ ਹਾਂ ਅਤੇ ਇਸ ਕਰਕੇ ਮੈਂ ਜਾ ਕੇ ਅਤੇ ਖੇਤਾਂ ਦੇ ਵਿੱਚ ਇਹ ਵੀ ਦੱਸੂੰਗਾ ਕਿ ਜਿਹੜੇ ਕਿਸਾਨ ਨੇ ਉਹ ਕਿੰਨਾ ਬੀਜ ਪਾਉਣ ਅਤੇ ਕਿੰਨਾ ਜੇ ਝੋਨਾ ਬੀਜਣਾ ਅਤੇ ਉਹਦਾ ਕਿੰਨੀ ਪਨੀਰੀ ਲੈ ਕੇ ਆਉਣ। ਜੇ ਉਹ ਵੀ ਗੱਲਾਂ, ਇਹ ਤਾਂ ਬੜਾ ਅਟਪਟਾ ਹੋ ਸਕਦਾ, ਉਹ ਦੱਸ ਵੀ ਸਕਦਾ ਹੋਵੇ, ਪਰ ਉਹਦੇ ਵਾਸਤੇ ਉਹਨੂੰ ਐਡੂਕੇਟਿਡ ਹੋਣਾ ਜ਼ਰੂਰੀ ਆ। ਸੋ ਆਪਣੀਆਂ ਕਮੀਆਂ ਨੂੰ ਮੰਨ ਲੈਣਾ ਸਫਲਤਾ ਵੱਲ ਵਧਣ ਦੀ ਪਹਿਲੀ ਕੁੰਜੀ ਹੁੰਦੀ ਆ, ਜਾਂ ਇਹ ਕਹਿ ਲਓ ਕਿ ਨੌਲੇਜ ਵੱਲ ਵਧਣ ਦੀ ਪਹਿਲੀ ਸੀੜੀ ਹੁੰਦੀ ਆ। ਪ੍ਰੋਬਲਮ ਕਿੱਥੇ ਆਉਂਦੀ ਆ? ਜਦੋਂ ਅਸੀਂ ਆਪਣੀਆਂ ਅਸਫਲਤਾਵਾਂ ਜਾਂ ਜਿਹੜੀ ਚੀਜ਼ ਸਾਨੂੰ ਨਹੀਂ ਪਤਾ ਅਸੀਂ ਉਹਨੂੰ ਵੀ ਬੜਾ ਫੁਕਰੀ ਨਾਲ ਦੱਸਦੇ ਹਾਂ ਕਿ ਨਹੀਂ ਪਤਾ, ਹੈ ਨਾ, ਨਹੀਂ ਪਤਾ। ਗੱਲ ਇੰਨੀ ਕਿ ਨਹੀਂ ਹੁੰਦੀ ਕਿ ਨਹੀਂ ਪਤਾ ਤੇ ਨਾ ਸਹੀ, ਕਿਸੇ ਨੇ ਤੁਹਾਨੂੰ ਕੁਛ ਨਹੀਂ ਕਹਿਣਾ, ਪਰ ਉਹਨੂੰ ਬੈਜ ਆਫ ਆਨਰ ਦੀ ਤਰ੍ਹਾਂ ਨਾ ਲਓ। ਜੇ ਤੁਸੀਂ ਤੁਹਾਨੂੰ ਜਿਹੜਾ ਅੰਮ੍ਰਿਤ ਕਹਿਣਾ ਤੁਹਾਨੂੰ ਬੜਾ ਔਖਾ ਲੱਗਦਾ ਅਤੇ ਤੁਹਾਡੇ 'ਚੋਂ ਬਹੁਤ ਸਾਰਿਆਂ ਦੇ ਨਾਮ ਅੰਮ੍ਰਿਤ ਨੇ, ਤੁਸੀਂ ਆਪਣੇ ਆਪ ਨੂੰ ਅੰਬਰ ਕਹੀ ਚੱਲੋ, ਤੁਹਾਨੂੰ ਕੋਈ ਨਹੀਂ ਰੋਕੂਗਾ, ਕਿਉਂਕਿ ਉਹ ਤੁਹਾਡੀ ਪਰਸਨਲ ਚੀਜ਼ ਆ। ਪਰ ਅੰਮ੍ਰਿਤਸਰ ਸਾਹਿਬ ਜਿਹੜੇ ਹੈ ਉਹ ਸਾਡੇ ਲਈ ਬਹੁਤ ਪਵਿੱਤਰ ਵੀ ਹੈ ਔਰ ਉਹਨਾਂ ਦੇ ਨਾਲ ਉੱਥੇ ਸਾਡੀ ਇੱਕ ਆਈਡੈਂਟੀਟੀ ਵੀ ਜੁੜੀ ਹੋਈ ਹੈ। ਇਸ ਕਰਕੇ ਜਿਹੜੀ ਅੰਬਰਸਰ ਵਰਡ ਹੈ ਨਾ, ਉਹ ਕੁਝ ਸਿੰਘਾਂ ਨੂੰ ਉਹ ਇੰਨਾ ਬੁਰਾ ਲੱਗਾ ਸੀ ਔਰ ਉਹਨਾਂ ਨੇ ਬਕਾਇਦਾ ਜਾ ਕੇ ਉੱਥੇ ਪ੍ਰੋਟੈਸਟ ਕੀਤਾ ਸੀ। ਮੈਂ ਦਾਦ ਦਿੰਦੀ ਹਾਂ, ਵੈਸੇ ਕਈ ਵਾਰੀ ਸੋਚਦੀ ਹਾਂ, ਮੇਰੀ ਸ਼ਾਇਦ ਇਹ ਗੱਲ ਲੰਬੀ ਨਾ ਹੋ ਜੇ, ਮੈਂ 1 ਮਿੰਟ 'ਚ ਇਹ ਗੱਲ ਖ਼ਤਮ ਕਰਦੀ ਹਾਂ ਕਿ ਅਸੀਂ ਜਿਹੜੇ ਬਾਹਰ ਬੈਠੇ ਹਾਂ ਨਾ, ਅਸੀਂ ਸਿਰਫ ਗੱਲਾਂ ਕਰਨ ਵਾਲੇ ਹਾਂ, ਯਕੀਨ ਮੰਨਿਓ ਜੇ, ਜਾਂ ਇਹ ਕਹਿ ਲਈਏ ਕਿ ਬਸ ਹਾਂ ਸਾਡੇ ਵਿੱਚੋਂ ਕਈ ਹੋਣਗੇ ਜਿਹੜੇ ਵਾਕਈ ਗਰਾਊਂਡ ਲੈਵਲ 'ਤੇ ਕੋਈ ਕੰਮ ਕਰਦੇ ਹੋਣਗੇ, ਬਹੁਤਾਤ ਦੇ ਵਿੱਚ ਅਸੀਂ ਸਿਰਫ ਗੱਲਾਂ ਕਰਨ ਵਾਲੇ ਹਾਂ। ਸੈਲਿਊਟ ਆ ਉਹਨਾਂ ਲੋਕਾਂ ਨੂੰ ਜਿਹੜੇ ਉੱਥੇ ਬੈਠੇ ਅੱਗ ਦੇ ਉੱਤੇ ਬੈਠ ਕੇ ਨਾ ਹੱਸਣਾ ਬਹੁਤ ਔਖਾ ਹੁੰਦਾ। ਦੂਰ ਬੈਠ ਕੇ ਕਹਿਣਾ ਕਿ ਅੱਗ ਦਾ ਸੇਕ ਬਹੁਤ ਆ ਜੀ ਅਤੇ ਹੱਸ ਲੈਣਾ, ਠੱਠੇ ਕਰ ਲੈਣੇ, ਉਹ ਸੌਖਾ ਹੁੰਦਾ। ਜਿਸ ਤਰੀਕੇ ਦੀਆਂ ਘਟਨਾਵਾਂ ਉੱਥੇ ਹੁੰਦੀਆਂ ਔਰ ਜਿਸ ਤਰੀਕੇ ਨਾਲ ਸਿੰਘ ਹਰ ਵਾਰ ਜਵਾਬ ਦਿੰਦੇ ਨੇ, ਹੈ ਨਾ, ਜਿਸ ਤਰੀਕੇ ਨਾਲ ਉਹ ਕਿਸੇ ਵੀ ਵਾਰ ਨੂੰ ਉਹ ਇੱਦਾਂ ਨਹੀਂ ਹੋਇਆ ਕਦੀ ਵੀ। ਹਾਂ, ਇਹ ਗੱਲ ਸੱਚ ਹੈ ਕਿ ਵਾਰ ਹਰ ਪਾਸਿਓਂ ਹੋ ਰਹੇ ਆ, ਪਰ ਕਿਤੇ ਵੀ ਕਦੀ ਵੀ ਐਸਾ ਕੋਈ ਵਾਰ ਨਹੀਂ ਹੋਇਆ ਜਿਸ ਦਾ ਜਵਾਬ ਸਿੰਘਾਂ ਸਿੰਘਣੀਆਂ ਨੇ ਨਾ ਦਿੱਤਾ ਹੋਵੇ। ਔਰ ਉਹੀ ਸਾਡੇ ਜੀਂਦੇ ਰਹਿਣ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਔਰ ਸਾਡੀ ਜੀਂਦੀ ਹਸਤੀ ਜਿਹੜੀ ਆ ਉਹਨਾਂ ਦੇ ਉੱਤੇ ਹੀ ਡਿਪੈਂਡ ਕਰਦੀ ਆ। ਸੋ ਸਲਿਊਟ ਆ ਉਹਨਾਂ ਨੂੰ। ਅੰਮ੍ਰਿਤਸਰ ਦਾ ਨਾਮ ਅੰਬਰਸਰ ਲਿਖਣਾ ਜਿਹੜਾ ਸੀਗਾ, ਇਹ ਬਹੁਤੇ ਲੋਕਾਂ ਨੂੰ ਲੱਗਾ ਸੀਗਾ ਕਿ ਫਜ਼ੂਲ ਦਾ ਪ੍ਰੋਟੈਸਟ ਆ, ਪਰ ਇੱਕ ਇੰਪੋਰਟੈਂਟ ਪ੍ਰੋਟੈਸਟ ਸੀਗਾ ਔਰ ਉਹਨਾਂ ਨੇ ਨੋਟਿਸ ਲਿਆ ਇਸ ਚੀਜ਼ ਦਾ। ਖੈਰ, ਆਪਾਂ ਹੁਣ ਆਈਏ ਕਿ ਇਹ ਅੰਮ੍ਰਿਤਸਰ ਸਾਹਿਬ ਨੂੰ ਜਿਹੜੀ ਇੰਨੀ ਜ਼ਿਆਦਾ ਜਿਹੜੀ ਉਹਨਾਂ ਦੀ ਇੰਪੋਰਟੈਂਸ, ਇੱਕ ਤਾਂ ਇਸ ਕਰਕੇ ਕਿਉਂਕਿ ਉਹ ਗੁਰੂ ਦੀ ਨਗਰੀ ਆ, ਗੁਰੂ ਸਾਹਿਬ ਨੇ ਉਹ ਨਗਰੀ ਵਸਾਈ, ਜਿੱਥੇ ਜਿੱਥੇ ਗੁਰੂ ਸਾਹਿਬ ਦੇ ਕਦਮ ਪਏ ਉਹ ਉਸ ਜਗ੍ਹਾ 'ਤੇ ਵੈਸੇ ਹੀ ਪਵਿੱਤਰ ਹੋ ਗਈ, ਹੈ ਨਾ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਉਹ ਤਾਂ ਗੱਲ ਹੈਗੀ ਆ, ਪਰ ਉਸ ਦੇ ਨਾਲ ਉਹਦੇ ਸਾਡੇ ਲਈ ਹੋਰ ਮਾਇਨੇ ਕੀ ਨੇ ਉਹ ਸਮਝਣੇ ਬੜੇ ਜ਼ਰੂਰੀ ਹੈ, ਜੋ ਕਿ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਥੋੜ੍ਹੇ ਬਹੁਤ ਗੱਲ ਕੀਤੀ ਸੀਗੀ। ਇਸ ਐਪੀਸੋਡ ਦੇ ਵਿੱਚ ਉਹਨੂੰ ਆਪਾਂ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ। ਸੋ ਪਿਛਲੇ ਐਪੀਸੋਡ ਦੇ ਵਿੱਚੋਂ ਮੈਂ ਤੁਹਾਨੂੰ ਇਹੀ ਚਾਹੁੰਦੀ ਹਾਂ ਕਿ 2 ਐਪੀਸੋਡ ਆਪਾਂ ਕਰ ਚੁੱਕੇ, ਦੋਨਾਂ ਐਪੀਸੋਡਸ ਦੇ ਵਿੱਚੋਂ ਇੰਪੋਰਟੈਂਟ ਜਿਹੜੀਆਂ ਗੱਲਾਂ ਨੇ ਉਹ ਇਹ ਨੇ। ਇੱਕ ਤਾਂ ਇਹ ਕਿ ਆਪਾਂ ਇਹ ਸਮਝ ਲਈਏ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਵਿਉਂਤਬੰਦੀ ਹੁੰਦੀ ਆ ਔਰ ਜਿਸ ਤਰੀਕੇ ਨਾਲ ਉਹ ਨਗਰ ਵਸਾਇਆ ਜਾਂਦਾ ਗੁਰੂ ਪਾਤਸ਼ਾਹ ਵੱਲੋਂ, ਆਪਾਂ ਇਹ ਸਮਝ ਲਈਏ ਕਿ ਸਾਨੂੰ ਹਿਸਟਰੀ ਨੂੰ ਕੰਟੀਨਿਊਟੀ ਵਿੱਚ ਵੇਖਣਾ ਪਊਗਾ। ਇਹ ਗੱਲ ਮੈਂ ਹਰ ਵਾਰ ਕਹਿੰਦੀ ਹਾਂ, ਬਾਰ-ਬਾਰ ਕਹੂੰਗੀ। ਆਪ ਜੀ ਦੇ ਵਿੱਚੋਂ ਬਹੁਤ ਸਾਰੇ ਸੰਗਤ ਵਿੱਚੋਂ ਕਿਸੇ ਨੂੰ ਲੱਗ ਸਕਦਾ ਕਿ ਇਹ ਰੈਪੀਟੀਸ਼ਨ ਆ, ਪਰ ਇਹ ਰੈਪੀਟੀਸ਼ਨ ਜ਼ਰੂਰੀ ਆ ਕਿਉਂਕਿ ਸਾਨੂੰ ਯਾਦ ਦਿਵਾਉਣਾ ਬਹੁਤ ਜ਼ਰੂਰੀ ਆ ਕਿ ਸਾਡੀ ਹਿਸਟਰੀ ਕੰਟੀਨਿਊਟੀ ਦੇ ਵਿੱਚ ਹੈ। ਇਹ ਇੱਕ ਮਿਸ਼ਨ ਸੀ। ਇੱਦਾਂ ਨਹੀਂ ਹੋਇਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਏ, ਉਹਨਾਂ ਨੇ ਆਪਣੀਆਂ ਗੱਲਾਂ ਕੀਤੀਆਂ, ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀਆਂ ਗੱਲਾਂ ਕੀਤੀਆਂ, ਉਹਨਾਂ ਨੇ ਮੀਰੀ ਪੀਰੀ ਪਾ ਲਈ ਅਤੇ ਉਸ ਤੋਂ ਬਾਅਦ ਮੀਰੀ ਪੀਰੀ ਦੇ ਧਾਰਨੀ ਹੋ ਗਏ ਅਤੇ ਉਸ ਤੋਂ ਬਾਅਦ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਉਹ ਜਿਹੜੇ ਕਿਸੇ
ਹੋਰ ਜਾਂ ਇਹ ਕਹਿ ਲਈਏ ਹਿਊਮਨ ਰਾਈਟਸ ਦੇ ਵਾਸਤੇ ਉਹ ਆਪਣੀ ਜਾਨ ਵੀ ਕੁਰਬਾਨ ਕਰ ਜਾਂਦੇ ਨੇ, ਅਤੇ ਜਿਹੜੇ ਬਾਅਦ ਵਿੱਚ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਖਾਲਸਾ ਪੰਥ ਦੀ ਸਾਜਨਾ ਕਰ ਦਿੰਦੇ ਨੇ। ਇਹ ਆਈਸੋਲੇਸ਼ਨ ਦੇ ਵਿੱਚ ਚੀਜ਼ਾਂ ਨਹੀਂ ਆ। ਜਦੋਂ ਤੱਕ ਆਪਾਂ ਇਹਨਾਂ ਨੂੰ ਆਈਸੋਲੇਸ਼ਨ 'ਚ ਵੇਖਦੇ ਰਹਾਂਗੇ ਨਾ, ਉਦੋਂ ਤੱਕ ਸਾਨੂੰ ਸਾਡੇ ਪੱਲੇ ਗੱਲ ਪੈਣੀ ਹੀ ਨਹੀਂ। ਉਦੋਂ ਤੱਕ ਅਸੀਂ ਅੰਮ੍ਰਿਤਸਰ ਨੂੰ ਅੰਬਰਸਰ ਹੀ ਕਹਾਂਗੇ, ਉਦੋਂ ਤੱਕ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਕਹਿਣਾ ਸਿੱਖਾਂਗੇ ਹੀ ਨਹੀਂ, ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ ਉਹਦੇ ਵਿੱਚ ਹੈ ਕੀ ਆ, ਉਹ ਫਲਸਫਾ ਕੀ ਆ। ਸੋ ਪਹਿਲੀ ਗੱਲ ਤਾਂ ਹਿਸਟਰੀ ਨੂੰ ਕੰਟੀਨਿਊਟੀ ਵਿੱਚ ਹੀ ਸਮਝਿਆ ਜਾ ਸਕਦਾ, ਖਾਸ ਕਰਕੇ ਸਿੱਖ ਹਿਸਟਰੀ ਨੂੰ। ਵੈਸੇ ਤਾਂ ਦੁਨੀਆ ਦੀ ਕਿਸੇ ਵੀ ਹਿਸਟਰੀ ਨੂੰ ਤੁਸੀਂ ਕੰਟੀਨਿਊਟੀ 'ਚ ਹੀ ਸਮਝ ਸਕਦੇ ਹੋ, ਕਿਉਂਕਿ ਹਿਸਟਰੀ ਦੇ ਵਿੱਚੋਂ ਹੀ ਇੱਕ ਚੀਜ਼ ਹੋ ਰਹੀ ਹੁੰਦੀ ਆ, ਕੱਲ੍ਹ ਨੂੰ ਉਹ ਚੀਜ਼ ਹਿਸਟਰੀ ਹੋ ਜਾਂਦੀ ਆ, ਪਰ ਆਈਡੀਆਜ਼ ਉਹਦੇ ਵਿੱਚੋਂ ਨਿਕਲੇ ਹੁੰਦੇ ਆ ਜਿਹੜੇ ਫਿਊਚਰ ਨੂੰ ਜਨਮ ਦਿੰਦੇ ਆ, ਔਰ ਫਿਊਚਰ ਵਾਸਤੇ ਉਹ ਹਿਸਟਰੀ ਹੁੰਦੀ ਆ, ਪਰ ਉਹ ਸਟਿਲ ਰੈਲੇਵੈਂਟ ਹੁੰਦੀ ਆ। ਸੋ ਇਹ ਜਿਹੜੀ ਰੈਲੇਵੈਂਸੀ ਆ ਨਾ, ਉਹ ਸਾਨੂੰ ਸਮਝਣੀ ਪਊਗੀ। ਤਾਂ ਇਹਦੇ ਨਾਲ ਸਾਨੂੰ ਇਹ ਦੇਖਣਾ ਪਊਗਾ ਕਿ ਗੁਰੂ ਨਾਨਕ ਸਾਹਿਬ, ਜਿਹੜੀ ਪਿਛਲੇ ਐਪੀਸੋਡ ਵਿੱਚ ਵੀ ਗੱਲ ਕੀਤੀ ਸੀ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਉਸਾਰੀ ਹੈ, ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਨੂੰ ਵਸਾਇਆ ਜਾਂਦਾ, ਉਹ ਵੈਕਿਊਮ ਦੇ ਵਿੱਚ ਨਹੀਂ ਹੋ ਗਿਆ। ਉਹ ਬਕਾਇਦਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਹੁਕਮ ਹੈ ਉਹਦੇ ਉੱਪਰ ਹੀ ਹੁੰਦਾ, ਔਰ ਬਕਾਇਦਾ ਗੁਰੂ ਨਾਨਕ ਸਾਹਿਬ ਦੇ ਜਿਹੜਾ ਉਹਨਾਂ ਨੇ ਇੱਕ ਨਿਸ਼ਾਨਦੇਹੀ ਕਰਦੇ ਨੇ ਕਿ ਆਹ ਜਗ੍ਹਾ ਅੰਮ੍ਰਿਤਸਰ ਸਾਹਿਬ ਹੋਊਗਾ। ਸੋ ਬਕਾਇਦਾ ਉਸ ਨਿਸ਼ਾਨਦੇਹੀ ਦੇ ਉੱਤੇ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਜਿਹੜਾ ਹੈ ਉਹ ਨਗਰ ਵਸਾਉਂਦੇ ਆ। ਸੋ ਇਹ ਆਈਸੋਲੇਸ਼ਨ ਦੇ ਵਿੱਚ ਨਹੀਂ। ਗੁਰੂ ਰਾਮਦਾਸ ਸਾਹਿਬ ਨੇ ਅੰਮ੍ਰਿਤਸਰ ਵਸਾਇਆ ਅਤੇ ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤਸਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇੰਜ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਹੀ ਨਿਸ਼ਾਨਦੇਹੀ ਕੀਤੀ ਅਤੇ ਗੁਰੂ ਰਾਮਦਾਸ ਸਾਹਿਬ ਨੇ ਉੱਥੇ ਅੰਮ੍ਰਿਤਸਰ ਵਸਾਇਆ, ਔਰ ਬਕਾਇਦਾ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਨਿਸ਼ਾਨਦੇਹੀ ਹੋਈ। ਫਿਰ ਉਹਨਾਂ ਨੇ ਅੱਗੇ ਗੁਰੂ ਅਮਰਦਾਸ ਮਹਾਰਾਜ ਨੂੰ ਦਿੱਤੀ, ਔਰ ਗੁਰੂ ਅਮਰਦਾਸ ਪਾਤਸ਼ਾਹ ਨੇ ਬਕਾਇਦਾ ਗੁਰੂ ਰਾਮਦਾਸ ਜੀ ਨੂੰ ਇਹਦੇ ਬਾਰੇ ਇੰਸਟਰਕਸ਼ਨਸ ਦਿੱਤੀਆਂ ਕਿ ਇੱਦਾਂ ਦਾ ਨਗਰ ਵਸਾਉਣਾ ਹੈ, ਔਰ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਦੇ ਉੱਤੇ ਨਗਰ ਵਸ ਗਿਆ ਸੀਗਾ। ਅਗਲੀ ਗੱਲ ਜਿਹੜੀ ਸਾਨੂੰ ਸਮਝਣੀ ਹੈ ਕਿ ਜਿਹੜਾ ਇੱਕ ਕਰੈਕਟਰ ਡਿਵੈਲਪ, ਜਿਹਨੂੰ ਆਪਾਂ ਕਿਰਦਾਰੇ ਖਾਲਸਾ ਬੋਲਦੇ ਹਾਂ, ਉਸ ਕਰੈਕਟਰ ਦਾ ਜਿਹੜਾ ਇੱਕ ਤਾਂ ਹੁੰਦਾ ਇੰਟਰਨਲੀ ਤੁਹਾਡਾ ਕਰੈਕਟਰ ਡਿਵੈਲਪ ਕਰਨਾ, ਉਹ ਤਾਂ ਮਹਾਰਾਜ ਕਰ ਰਹੇ ਸੀਗੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ, ਹੋਕਾ ਦਿੱਤਾ, ਉਹਨਾਂ ਨੇ ਲੋਕਾਂ ਨੂੰ ਜਗਾਇਆ, ਉਹਨਾਂ ਨੇ ਬਕਾਇਦਾ ਗੁਰਸਿੱਖਾਂ ਨੂੰ ਲੱਭਿਆ ਕਿ ਕਿਹੜੇ ਲੋਕ ਨੇ ਜਿਹੜੇ ਵਾਕਈ ਸੱਚ ਦੇ ਮਾਰਗ 'ਤੇ ਚੱਲ ਸਕਦੇ ਨੇ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਬਕਾਇਦਾ ਉਹਨਾਂ ਦਾ ਜਿਹੜਾ ਬੌਧਿਕ ਲੈਵਲ ਵਧਾਉਣ ਦੇ ਲਈ ਵੀ, ਔਰ ਉਸ ਤੋਂ ਬਾਅਦ ਉਹਨਾਂ ਦਾ ਫਿਜ਼ੀਕਲ ਜਿਹੜੀ ਸਟਰੈਂਥ ਆ ਉਹ ਵੀ ਵਧਾਉਣ ਦੇ ਲਈ ਮੱਲ ਅਖਾੜੇ ਵੀ ਸ਼ੁਰੂ ਕੀਤੇ, ਔਰ ਪਾਠਸ਼ਾਲਾਵਾਂ ਵੀ ਸ਼ੁਰੂ ਕੀਤੀਆਂ। ਇਸੇ ਤਰੀਕੇ ਨਾਲ ਚੱਲਦੇ ਇੱਕ ਕੰਟੀਨਿਊਟੀ ਹੈ, ਔਰ ਜਿਹੜਾ ਅੰਮ੍ਰਿਤਸਰ ਸਾਹਿਬ ਹੈ ਉਹ ਬਕਾਇਦਾ ਉਸ ਕਿਰਦਾਰੇ ਖਾਲਸਾ ਦਾ ਇੱਕ ਮਾਡਲ ਹੈ, ਇੱਕ ਜੀਂਦਾ ਜਾਗਦਾ ਮਾਡਲ ਬਣਾ ਕੇ ਦਿਖਾਇਆ ਕਿ ਜਦੋਂ ਸਰਕਾਰੇ ਖਾਲਸਾ ਹੋਊਗਾ, ਜਦੋਂ ਰੂਲ ਹੋਊਗਾ ਖਾਲਸੇ ਦਾ, ਉਦੋਂ ਕਿੱਦਾਂ ਦਾ ਹੋਊਗਾ। ਤਾਂ ਉਹ ਮਾਡਲ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਕਿ ਇਸ ਤਰ੍ਹਾਂ ਦਾ ਰਾਜ ਹੋਊਗਾ। ਹੁਣ ਇਹ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਗੱਲ ਕੀਤੀ, ਇਸ ਵਾਰੀ ਫੇਰ ਕਰਾਂਗੇ ਕਿ ਉਹ ਕਿਵੇਂ ਦਾ ਸੀਗਾ, ਔਰ ਉਹਦੇ ਵਿੱਚੋਂ ਅਸੀਂ ਲੈਣਾ ਕੀ ਆ। ਅਗਲੀ ਗੱਲ ਜਿਹੜੀ ਸਾਨੂੰ ਸਮਝਣੀ ਬੜੀ ਜ਼ਰੂਰੀ ਆ, ਔਰ ਮੈਂ ਇਹ ਗੱਲ ਪਿਛਲੀ ਵਾਰ ਵੀ ਕੀਤੀ ਸੀਗੀ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ੁਰੂਆਤੀ ਸਿੱਖ ਰਾਜ ਦੀ ਸ਼ੁਰੂਆਤੀ ਰਾਜਧਾਨੀ ਹੈ। ਇਹ ਗੱਲ ਆਪਾਂ ਆਪਣੇ ਪੱਲੇ ਬਿਠਾ ਲਈਏ, ਪੱਲੇ ਬੰਨ੍ਹ ਲਈਏ, ਫਿਰ ਸਾਨੂੰ ਸਮਝ ਆਊਗਾ, ਕਿਉਂਕਿ ਗੁਰੂ ਮਹਾਰਾਜ ਨੇ ਇੱਕ ਮਾਡਲ ਤਿਆਰ ਕੀਤਾ ਕਿ ਜਦੋਂ ਖਾਲਸਾ ਰਾਜ ਯਾਨੀ ਕਿ ਸਰਕਾਰੇ ਖਾਲਸਾ ਹੋਊਗਾ, ਉਹ ਕਿੱਦਾਂ ਦਾ ਹੋਊਗਾ, ਉਹਦੇ ਵਿੱਚ ਕਿਸ ਤਰ੍ਹਾਂ ਲੋਕਾਂ ਦਾ ਆਪਸ ਦੇ ਵਿੱਚ ਸੋਸ਼ਲ ਸਟਰਕਚਰ ਕਿੱਦਾਂ ਦਾ ਹੋਊਗਾ, ਫਾਈਨੈਂਸ਼ੀਅਲ ਸਟਰਕਚਰ ਕਿੱਦਾਂ ਦਾ ਹੋਊਗਾ, ਪੋਲੀਟੀਕਲ ਸਟਰਕਚਰ ਉਹ ਕਿੱਦਾਂ ਦਾ ਹੋਊਗਾ। ਇਹ ਸਾਰਾ ਇੱਕ ਮਾਡਲ ਸੀਗਾ। ਸੋ ਸ਼ੁਰੂਆਤੀ ਸਿੱਖ ਰਾਜ ਦੀ, ਜਦੋਂ ਵੀ ਅਸੀਂ ਕਹਿੰਦੇ ਹਾਂ ਨਾ ਕਿ ਸਿੱਖ ਰਾਜ, ਅਤੇ ਅਸੀਂ ਕਹਿੰਦੇ ਨੇ ਜੀ ਸਿੱਖ ਰਾਜ ਸਾਰੇ 50 ਸਾਲ ਹੀ ਰਿਹਾ, ਕਿਉਂਕਿ ਸਾਡੀ ਬੇਵਕੂਫੀ ਆ ਕਿ ਅਸੀਂ ਇਹ ਸੋਚਦੇ ਹਾਂ ਵੀ ਸਿਰਫ ਸਿੱਖ ਰਾਜ ਜਿਹੜਾ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਹੀ ਹੋਇਆ। ਹਾਂ ਬਿਲਕੁਲ, ਕਿਉਂਕਿ ਸਿੱਖ ਰਾਜ ਦੇ ਵਿੱਚ ਜਿਹੜੀ ਇੱਕ ਮਿਲਟਰੀ ਵੀ ਚਾਹੀਦੀ ਆ, ਆਪਣੇ ਕੋਇਨਸ ਵੀ ਚਾਹੀਦੇ ਆ, ਉਹ ਸਾਰਾ ਕੁਝ ਜਿਹੜਾ ਇੱਕ ਸੰਪੂਰਨ ਸਿੱਖ ਰਾਜ ਹੈ ਉਹ ਬੇਸ਼ੱਕ ਉਦੋਂ ਹੋਇਆ, ਪਰ ਸ਼ੁਰੂਆਤੀ ਸਿੱਖ ਰਾਜ ਜਿਹੜਾ ਹੈ ਉਹ ਬਾਬੇ ਨਾਨਕ ਨੇ ਸ਼ੁਰੂ ਕਰ ਦਿੱਤਾ ਸੀ, ਉਹ ਗੁਰੂ ਨਾਨਕ ਸਾਹਿਬ ਨੇ ਹੀ ਸ਼ੁਰੂ ਕਰ ਦਿੱਤਾ ਸੀ। ਔਰ ਚੌਥੇ ਜਾਮੇ ਦੇ ਵਿੱਚ ਆ ਕੇ ਉਹ ਸਾਨੂੰ ਸ਼ੁਰੂਆਤੀ ਸਿੱਖ ਰਾਜ ਦੀ ਸ਼ੁਰੂਆਤੀ ਸਿੱਖ ਰਾਜਧਾਨੀ ਵੀ ਦੇ ਦਿੰਦੇ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰੂਪ ਦੇ ਵਿੱਚ। ਇਹ ਸਾਨੂੰ ਸਮਝਣਾ ਔਰ ਆਪਣੇ ਅੰਦਰ ਵਸਾਉਣਾ ਬਹੁਤ ਜ਼ਰੂਰੀ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਰਾਜ ਦੀ, ਤਾਂ ਹੁਣ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਰਾਜ ਦੇ ਵਿੱਚ 4 ਚੀਜ਼ਾਂ ਇੰਪੋਰਟੈਂਟ ਹੁੰਦੀਆਂ: ਐਡਮਿਨਿਸਟ੍ਰੇਸ਼ਨ, ਫਾਈਨੈਂਸ਼ੀਅਲ, ਸੋਸ਼ਲ ਅਤੇ ਪੋਲੀਟੀਕਲ।
ਇਹਨਾਂ 4 ਚੀਜ਼ਾਂ ਤੋਂ ਬਿਨਾਂ ਕਦੀ ਕੋਈ ਰਾਜ ਚੱਲ ਨਹੀਂ ਸਕਦਾ। ਮਿਲਟਰੀ ਵੀ ਹੈ ਨਾ, ਪਰ ਜੇ ਇਹ 4 ਢਾਂਚੇ ਆ ਜਿਨ੍ਹਾਂ ਦੇ ਉੱਤੇ ਸਾਰਾ ਸਟਰਕਚਰ ਖੜਾ ਹੋਣਾ, ਜੇ ਉਹਨਾਂ ਕੋਲੇ ਮਿਲਟਰੀ ਤਾਂ ਹੈਗੀ ਆ, ਪਰ ਜੇ ਇਹ 4 ਢਾਂਚੇ ਡਾਵਾਂਡੋਲ ਹੋ ਜਾਂਦੇ ਆ ਨਾ, ਫਿਰ ਸਿਵਲ ਵਾਰਸ ਸ਼ੁਰੂ ਹੋ ਜਾਂਦੀਆਂ। ਸੋ ਸਭ ਤੋਂ ਪਹਿਲਾਂ ਮਿਲਟਰੀ ਤੋਂ ਇਸ ਕਰਕੇ ਬਾਅਦ 'ਚ ਆਉਂਦੀ ਆ, ਪਰ ਸਭ ਤੋਂ ਪਹਿਲਾਂ ਇਹ 4 ਢਾਂਚੇ ਜਿਹੜੇ ਮਜ਼ਬੂਤ ਹੋਣੇ ਬਹੁਤ ਜ਼ਰੂਰੀ ਆ। ਕਿਉਂਕਿ ਇਹ ਦੇਖਿਓ, ਜੇ ਮੰਨ ਲਓ ਕਿ ਕੋਈ ਜਿਹੜਾ ਰਾਜ ਹੈ ਉਹਦੇ ਵਿੱਚ ਹੁਣ ਆਪਾਂ ਸ਼੍ਰੀਲੰਕਾ ਦੇ ਕੇਸ 'ਚ ਦੇਖ ਹੀ ਰਹੇ ਹਾਂ ਨਾ, ਸ਼੍ਰੀਲੰਕਾ ਦੇ ਵਿੱਚ ਫਾਈਨੈਂਸਿਸ ਜਾਂ ਉਹਨਾਂ ਦੀ ਇਕਨੋਮੀ ਹੈ ਉਹ ਇੰਨੀ ਕ੍ਰਾਈਸਿਸ ਦੇ ਵਿੱਚ ਚਲੇ ਗਈ ਕਿ ਲੋਕਾਂ ਨੇ ਉੱਥੇ ਬਕਾਇਦਾ ਸੜਕਾਂ 'ਤੇ ਆ ਗਏ ਲੋਕ, ਹੈ ਨਾ। ਸੋ ਅਗਰ ਉਸ ਸਮੇਂ ਮੰਨ ਲਓ ਸ਼੍ਰੀਲੰਕਾ ਦੇ ਉੱਪਰ ਕੋਈ ਅਟੈਕ ਕਰ ਦਿੰਦਾ ਆ, ਅਤੇ ਕਿਆ ਉਹਦੇ ਜਿਹੜੇ ਉਹਦੇ ਸਿਟੀਜ਼ਨਸ ਨੇ ਉਹਨਾਂ ਦਾ ਆਪਣੀ ਗਵਰਨਮੈਂਟ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਮੋਹ ਪਿਆਰ ਹੋਊਗਾ, ਜਾਂ ਉਹ ਆਪਣੀ ਗਵਰਨਮੈਂਟ ਦੀ ਕਿਸੇ ਤਰੀਕੇ ਨਾਲ ਵੀ ਕੋਈ ਮਦਦ ਕਰਨਗੇ? ਨਹੀਂ। ਕਿਉਂਕਿ ਜਿਹੜੇ ਨੇਸ਼ਨ ਹੁੰਦੇ ਆ ਨਾ, ਜਿਹੜੇ ਰਾਜ ਹੁੰਦੇ ਆ ਨਾ, ਉਹ ਇੱਕ ਜ਼ਮੀਨ ਦਾ ਟੁਕੜਾ ਨਹੀਂ ਹੁੰਦਾ, ਉਹ ਇੱਕ ਇਮੋਸ਼ਨ ਹੁੰਦਾ ਆ, ਇੱਕ ਐਸਾ ਇਮੋਸ਼ਨ ਜਿਹੜਾ ਸਾਰਿਆਂ ਨੂੰ ਬੰਨ੍ਹ ਕੇ ਰੱਖਦਾ ਕਿ ਇਹ ਮੇਰਾ ਹੈ। ਇਸੇ ਕਰਕੇ ਰਾਜ ਦੇ ਆਪਣੇ ਸਿੰਬਲ ਹੁੰਦੇ ਆ, ਨਹੀਂ ਤਾਂ ਸਿੰਬਲਸ ਦਾ ਕੋਈ ਮਤਲਬ ਨਹੀਂ ਹੁੰਦਾ, ਹੈ ਨਾ। ਇਸੇ ਲਈ ਹਰ ਇੱਕ ਰਾਜ ਦਾ ਆਪਣਾ ਐਂਥਮ ਹੁੰਦਾ, ਆਪਣਾ ਝੰਡਾ ਹੁੰਦਾ। ਔਰ ਬਕਾਇਦਾ ਅਮਰੀਕਾ ਵਾਲੇ ਜਦੋਂ ਵੀ ਆਪਣਾ ਐਂਥਮ ਗਾਉਂਦੇ ਆ, ਉਹ ਇੱਕ ਪਰਟੀਕੂਲਰ ਜੈਸਚਰ ਦੇ ਨਾਲ ਖੜੇ ਹੁੰਦੇ ਆ, ਕਿਉਂਕਿ ਉਹ ਉਹਦੇ ਨਾਲ ਰਿਲੇਟ ਕਰਦੇ ਆ। ਸੋ ਇਹ ਜਿਹੜਾ ਇੱਕ ਕਮਿਊਨਿਟੀ ਦਾ ਜਿਹੜਾ ਇੱਕ ਕਲੈਕਟਿਵ ਇਮੋਸ਼ਨ ਖੜਾ ਕਰਨਾ ਨਾ, ਉਸ ਨੂੰ ਉਹ ਰਾਜ ਦੀ ਨੀਂਹ ਹੁੰਦੀ ਆ। ਦਾ ਮੂਵਮੈਂਟ ਉਹ ਜਿਹੜਾ ਕਲੈਕਟਿਵ ਇਮੋਸ਼ਨ ਆ ਉਹ ਟੁੱਟਿਆ ਜਦੋਂ ਵੀ, ਉਸੇ ਵੇਲੇ ਉਹ ਜਿਹੜਾ ਰਾਜ ਆ ਉਹ ਖਿੰਡਰ ਪੁੰਡਰਨਾ ਸ਼ੁਰੂ ਹੋ ਜਾਂਦਾ ਹੈ ਨਾ। ਇਸੇ ਲਈ ਬਾਰ-ਬਾਰ ਜਦੋਂ ਵੀ ਕਿਤੇ ਆਉਂਦੀ ਆ ਗੱਲ ਕਿ ਜਦੋਂ ਤੁਸੀਂ ਭਾਸ਼ਾ ਨੂੰ ਥੋਪੋਗੇ ਅਤੇ ਇੱਕ ਕਹੂਗਾ ਮੇਰੀ ਇਹ ਭਾਸ਼ਾ ਨਹੀਂ, ਉਹਦੇ ਨਾਲ ਹੋਊਗਾ ਕਿ ਜਿੱਦਾਂ ਹੁਣ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਡਿਬੇਟ ਜੀ ਚੱਲ ਰਹੀ ਸੀਗੀ, ਅਜੇ ਦੇਵਗਨ ਸਾਹਿਬ ਨੇ ਕਹਿ ਦਿੱਤਾ। ਹੁਣ ਮੈਨੂੰ ਤਾਂ ਇੱਕ ਪਹਿਲਾਂ ਇਹ ਨਹੀਂ ਸਮਝ ਆਉਂਦੀ ਕਿ ਜਿੰਨੇ ਵੀ ਬਾਲੀਵੁੱਡ ਦੇ ਮੈਜੋਰਿਟੀ ਆਫ ਜਿਹੜੇ ਬਾਲੀਵੁੱਡ ਦੇ ਐਕਟਰ ਐਕਟਰਸਿਸ ਨੇ, ਉਹ ਸਾਰੇ 5, 6, 10 ਪਾਸ ਆ। ਉਹਨਾਂ ਦੇ ਵਿੱਚੋਂ ਅੱਧਿਆਂ ਨੂੰ ਇਹ ਨਹੀਂ ਪਤਾ ਕਿ ਸਕੂਲ ਦੇ ਜਿਹੜੇ ਅਗਰ ਉਹਨਾਂ ਨੂੰ ਪ੍ਰੋਪਰ ਸਪੈਲਿੰਗ ਵੀ ਕਹਿ ਦਿੱਤੇ ਜਾਣ ਤਾਂ ਉਹ ਲਿਖਣੇ ਨਹੀਂ ਆਉਂਦੇ ਉਹਨਾਂ ਨੂੰ। ਪਰ ਪਤਾ ਨਹੀਂ ਉਹ ਕਿਉਂ ਇਹੋ ਜਿਹੀਆਂ ਡਿਬੇਟਸ ਵਿੱਚ ਪੈ ਜਾਂਦੇ ਜਿਨ੍ਹਾਂ ਬਾਰੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਹੈਗੀ। ਖੈਰ, ਉਹਨਾਂ ਨੇ ਇੱਕ ਡਿਬੇਟ ਸ਼ੁਰੂ ਕਰ ਦਿੱਤੀ ਅਤੇ ਆਈ ਥਿੰਕ ਕੰਨੜ ਜਿਹੜੇ ਦੂਜੇ ਪਾਸੇ ਸੁਦੀਪ ਕੀਚਾ ਜੀ, ਉਹ ਕੰਨੜ ਹੈਗੇ ਆ ਸ਼ਾਇਦ, ਇਫ ਆਮ ਨਾਟ ਰੋਂਗ। ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਹਿੰਦੀ ਸਾਡੀ ਭਾਸ਼ਾ ਨਹੀਂ ਆ। ਹੁਣ ਇਹਦੇ ਨਾਲ ਹੁੰਦਾ ਕੀ ਹੈ, ਜਦੋਂ ਕਿਸੇ ਨੂੰ ਤੁਸੀਂ ਇੰਪੋਜ਼ ਕਰਦੇ ਆ ਨਾ, ਅਦਰਵਾਈਜ਼ ਹੁਣ ਮੈਂ ਹਿੰਦੀ ਪੜ੍ਹੀ ਆ ਔਰ ਮੈਨੂੰ ਹਿੰਦੀ ਬੜੀ ਖੂਬਸੂਰਤ ਭਾਸ਼ਾ ਵੀ ਲੱਗਦੀ ਹੈ, ਬੜੀ ਪਿਆਰੀ ਭਾਸ਼ਾ ਲੱਗਦੀ ਹੈ। ਮੈਂ ਬਹੁਤ ਸਾਰੀਆਂ ਮੇਰੀਆਂ ਕਵਿਤਾਵਾਂ ਜਿਹੜੀਆਂ ਮੈਂ ਹਿੰਦੀ 'ਚ ਵੀ ਕਈ ਵਾਰੀ ਲਿਖਦੀ ਹੁੰਦੀ ਹਾਂ, ਕਿਉਂਕਿ ਭਾਸ਼ਾ ਕੋਈ ਮਾੜੀ ਨਹੀਂ ਹੁੰਦੀ, ਭਾਸ਼ਾ ਸਾਰੀਆਂ ਬਹੁਤ ਪਿਆਰੀਆਂ ਹੁੰਦੀਆਂ। ਪਰ ਜਦੋਂ ਤੁਸੀਂ ਕਿਸੇ 'ਤੇ ਥੋਪਣ ਦੀ ਗੱਲ ਕਰੋਗੇ ਨਾ, ਜਦੋਂ ਮੈਨੂੰ ਕਹੋਗੇ ਕਿ ਤੂੰ ਪੰਜਾਬੀ ਨਹੀਂ, ਤੂੰ ਹਿੰਦੀ ਬੋਲਣੀ ਆ, ਫਿਰ ਮੈਂ ਕਹੂੰਗੀ ਨਾ, ਪੰਜਾਬੀ ਮੇਰੀ ਮਾਂ ਬੋਲੀ ਆ, ਫਿਰ ਮੈਂ ਪੰਜਾਬੀ ਦੇ ਪਾਸੇ ਖੜੀ ਹੋ ਜਾਊਂਗੀ। ਤਾਂ ਉਹਦੇ ਨਾਲ ਹੋਇਆ ਕੀ ਕਿ ਆਟੋਮੈਟਿਕਲੀ ਮੇਰੇ ਅੰਦਰੋਂ ਹਿੰਦੀ ਦੇ ਵਾਸਤੇ ਇੱਕ ਡਿਸਟੈਂਸ ਕ੍ਰੀਏਟ ਹੋ ਗਿਆ। ਔਰ ਜਦੋਂ ਇਹੋ ਜਿਹੇ ਇਮੋਸ਼ਨਸ ਜਿਹੜੇ ਨੇ ਨਾ, ਜਦੋਂ ਇਮੋਸ਼ਨ ਖਿੱਲਰ ਜਾਂਦੇ ਆ, ਫਿਰ ਨੇਸ਼ਨ ਖਿੱਲਰ ਜਾਂਦਾ। ਇਹ ਮੇਰੀ ਗੱਲ ਸਮਝ ਸ਼ਾਇਦ ਆ ਰਹੀ ਹੋਊਗੀ ਕਿ ਜਦੋਂ ਇਮੋਸ਼ਨ ਖਿੱਲਰ ਜਾਂਦੇ ਆ, ਜਦੋਂ ਮੇਰੇ ਲਈ ਹੁਣ ਇੱਕ ਲੈਂਗੁਏਜ ਜਿਹਨੂੰ ਕਹਿੰਦੇ ਆ ਕਿ ਉਹ ਇੱਕ ਪੂਰੇ ਰਾਸ਼ਟਰ ਦੀ ਲੈਂਗੁਏਜ, ਜਦੋਂ ਮੈਂ ਕਹੂੰਗੀ ਕਿ ਨਹੀਂ ਇਹ ਮੇਰੀ ਭਾਸ਼ਾ ਨਹੀਂ, ਜੇ ਤੁਹਾਡੇ ਰਾਸ਼ਟਰ ਦੀ ਭਾਸ਼ਾ ਹੈਗੀ ਆ, ਮੇਰਾ ਫਿਰ ਉਹ ਰਾਸ਼ਟਰ ਹੀ ਨਹੀਂ, ਕਿਉਂਕਿ ਮੈਂ ਉਸ ਰਾਸ਼ਟਰ ਨੂੰ ਪਸੰਦ ਕਰਦੀ ਹਾਂ ਜਿਹਦੇ ਵਿੱਚ 22 ਭਾਸ਼ਾਵਾਂ ਨੂੰ ਇਕੁਐਲਿਟੀ ਆ। ਸਾਰੀਆਂ ਦੀਆਂ ਸਾਰੀਆਂ 22 ਭਾਸ਼ਾਵਾਂ ਉਹ ਨੋਟ ਦੇ ਉੱਤੇ ਵੀ ਛਪੀਆਂ ਹੁੰਦੀਆਂ। ਮੈਨੂੰ ਉਸ ਰਾਸ਼ਟਰ ਦੇ ਨਾਲ ਮੋਹ ਹੈਗਾ, ਮੈਨੂੰ ਉਸ ਰਾਸ਼ਟਰ ਦੇ ਨਾਲ ਮੋਹ ਨਹੀਂ ਜਿਹੜਾ ਮੇਰੀ ਬੋਲੀ ਨੂੰ ਖਾਣ ਦੀ ਗੱਲ ਕਰੇ, ਹੈ ਨਾ। ਆਪਣੇ ਆਪ ਹੀ ਪਾਸੇ ਹੋ ਗਏ ਨਾ ਆਪਾਂ। ਸੋ ਜਿਹੜਾ ਇਮੋਸ਼ਨ ਹੁੰਦਾ ਨਾ ਕਿਸੇ ਵੀ ਰਾਜ ਨੂੰ ਕ੍ਰੀਏਟ ਕਰਨ ਦਾ, ਉਹ ਪਹਿਲਾਂ ਉਹਦੇ ਬੇਸਿਕ ਸਟਰਕਚਰਸ ਹੁੰਦੇ ਆ, ਮਿਲਟਰੀ ਬਾਅਦ 'ਚ ਆਉਂਦੀ ਆ। ਜੇ ਤੁਹਾਡੇ ਅੰਦਰ ਹੀ ਤੁਹਾਡੇ ਜਿਹੜੇ ਨਾਗਰਿਕ ਨੇ, ਜਿਹੜੇ ਤੁਹਾਡੇ ਸਿਟੀਜ਼ਨਸ ਨੇ, ਉਹਨਾਂ ਨੂੰ ਇਹ ਲੱਗੀ ਜਾਏ ਕਿ ਮੇਰੀ ਬੋਲੀ ਇੱਥੇ ਸੁਰੱਖਿਅਤ ਨਹੀਂ, ਫਿਰ ਉਹਨਾਂ ਨੂੰ ਇਹ ਲੱਗੇ ਕਿ ਮੇਰਾ ਧਰਮ ਵੀ ਸੁਰੱਖਿਅਤ ਨਹੀਂ, ਫਿਰ ਉਹਨਾਂ ਨੂੰ ਇਹ ਲੱਗੇ ਮੇਰੀ ਹਸਤੀ ਸੁਰੱਖਿਅਤ ਨਹੀਂ, ਤੁਸੀਂ ਮੈਨੂੰ ਆਪਣੇ ਰੰਗ 'ਚ ਰੰਗਣਾ ਚਾਹੁੰਦੇ ਆ, ਫਿਰ ਉਹ ਕੀ ਕਰਦੇ ਆ, ਫਿਰ ਉੱਥੋਂ ਭੱਜਣਾ ਸ਼ੁਰੂ ਕਰਦੇ ਆ, ਫਿਰ ਉੱਥੋਂ ਤਿੜਕਣਾ ਸ਼ੁਰੂ ਕਰਦੇ ਆ। ਔਰ ਜਦੋਂ ਤਿੜਕਣਾ ਸ਼ੁਰੂ ਕਰਦੇ ਆ, ਉਸੇ ਵੇਲੇ ਹੀ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ। ਪਾਕਿਸਤਾਨ ਔਰ ਬੰਗਲਾਦੇਸ਼ ਇੱਕ ਸੀਗਾ ਨਾ, ਇੱਕ ਰਾਜ ਸੀਗਾ ਨਾ, ਪਰ ਫਿਰ ਉਹ ਤਿੜਕ ਗਿਆ ਕਿਉਂਕਿ ਉਹ ਜਿਹੜੀ ਕਲੈਕਟਿਵ ਇਮੋਸ਼ਨ ਆ ਉਹ ਕਿਤੇ ਨਾ ਕਿਤੇ ਟੁੱਟ ਗਈ ਉਹਨਾਂ ਦੀ, ਹੈ ਨਾ। ਇਸੇ ਤਰੀਕੇ ਨਾਲ ਦੇਸ਼ ਭੰਗ ਹੁੰਦੇ ਆ, ਜਦੋਂ ਉਹ ਕਲੈਕਟਿਵ ਇਮੋਸ਼ਨ ਖੜੀ ਨਹੀਂ ਹੋ ਪਾਉਂਦੀ, ਉਦੋਂ ਦੇਸ਼ ਭੰਗ ਹੋ ਜਾਂਦੇ ਆ, ਉਦੋਂ ਰਾਜ ਭੰਗ ਹੋ ਜਾਂਦੇ ਆ। ਸੋ ਗੁਰੂ ਮਹਾਰਾਜ ਨੇ ਜਦੋਂ ਸਾਨੂੰ ਅੰਮ੍ਰਿਤਸਰ ਦੇ ਰੂਪ ਦੇ ਵਿੱਚ ਇੱਕ ਰਾਜ ਦਿੱਤਾ ਹੈ, ਉਹ ਰਾਜਧਾਨੀ, ਉਹ ਸਾਡਾ ਮਾਡਲ ਜਿਹੜਾ ਹੈ ਉਹ ਦਿੱਤਾ, ਤਾਂ ਉਹ ਉਹਦੇ ਵਿੱਚ ਇਹ 4 ਚੀਜ਼ਾਂ ਜਿਨ੍ਹਾਂ ਉੱਪਰ ਰਾਜ ਖੜਾ ਹੋ ਸਕਦਾ, ਜਿਹੜੀ ਇੱਕ ਕਲੈਕਟਿਵ ਇਮੋਸ਼ਨ ਨੂੰ ਜਨਮ ਦਊਗੀ, ਸਭ ਤੋਂ ਪਹਿਲਾਂ ਮਹਾਰਾਜ ਨੇ ਉਹ ਸਾਡੇ ਹੱਥ
ਦਿੱਤਾ। ਉਹ ਕੀ ਸੀਗਾ? ਹੁਣ ਜਦੋਂ ਆਪਾਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰਦੇ ਹਾਂ, ਪਿਛਲੇ ਐਪੀਸੋਡ ਵਿੱਚ ਵੀ ਮੈਂ ਗੱਲ ਕੀਤੀ ਸੀਗੀ ਕਿ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਨੇ ਨਾ ਤਾਂ ਕਿਸੇ ਖੇਤ ਨੂੰ ਉਜਾੜਿਆ, ਨਾ ਕਿਸੇ ਜੰਗਲ ਨੂੰ ਉਜਾੜਿਆ। ਯਾਨੀ ਕਿ ਜਿਹੜੇ ਉੱਥੋਂ ਦੇ ਬਾਸ਼ਿੰਦੇ ਨੇ ਉਹਨਾਂ ਨੂੰ ਇਹ ਨਹੀਂ ਲੱਗਾ ਕਿ ਆਹ ਜਗ੍ਹਾ ਜਿਹੜੀ ਹੁਣ ਵਸਾਈ ਗਈ ਆ, ਨਗਰੀ, ਇਹ ਤਾਂ ਮੇਰੇ ਘਰ ਤੋੜ ਕੇ ਵਸਾਈ ਗਈ ਆ, ਇੱਥੇ ਤਾਂ ਮੇਰਾ ਘਰ ਹੁੰਦਾ ਸੀ, ਹੈ ਨਾ। ਜੇਕਰ ਉਹ ਘਰ ਤੋੜੇ ਗਏ ਹੁੰਦੇ ਜਾਂ ਉਹ ਜੰਗਲ ਕੱਟੇ ਗਏ ਹੁੰਦੇ ਤਾਂ ਉੱਥੋਂ ਦੇ ਜਿਹੜੇ ਹੁਣ ਜੰਗਲ ਵੀ ਕੱਟਦੇ ਆ, ਉਹ ਜਿਹੜੇ ਪਸ਼ੂ ਪੰਛੀ ਆ, ਉਹਨਾਂ ਆਪਾਂ ਨੂੰ ਲੱਗਦਾ ਉਹ ਬੋਲਦੇ ਨਹੀਂ, ਪਰ ਉਹ ਬੋਲਦੇ ਤਾਂ ਹੈ ਨਾ। ਉਹਨਾਂ ਦੀ ਪੁਕਾਰ ਸੁਣਦਾ ਕੋਈ ਹੋਰ ਹੈ, ਪਰ ਸੁਣਦਾ ਜ਼ਰੂਰ ਹੈ। ਸੋ ਜਦੋਂ ਉਹਨਾਂ ਨੂੰ ਵੀ ਇਹ ਲੱਗੂਗਾ ਕਿ ਸਾਡਾ ਘਰ ਤੋੜ ਕੇ ਇਹ ਜਗ੍ਹਾ ਵਸਾਈ ਗਈ ਆ, ਤਾਂ ਉਹ ਇੱਕ ਕਲੈਕਟਿਵ ਇਮੋਸ਼ਨ ਜਿਹੜੀ ਆ ਉਹ ਕਦੀ ਬਣ ਨਹੀਂ ਸਕਦੀ, ਇਨਸਾਨਾਂ ਵਿੱਚ ਵੀ ਨਹੀਂ ਬਣ ਸਕਦੀ, ਹੈ ਨਾ। ਜਦੋਂ ਉਹਨਾਂ ਨੂੰ ਲੱਗੂਗਾ ਕਿ ਇੱਥੇ ਮੇਰਾ ਘਰ ਹੋਇਆ ਕਰਦਾ ਸੀ, ਫਿਰ ਇਹਨਾਂ ਨੇ ਜਗ੍ਹਾ ਜਿਹੜੀ ਆ ਉਹ ਖਰੀਦ ਲਈ, ਫਿਰ ਇਹਨਾਂ ਨੇ ਘਰ ਤੋੜ ਦਿੱਤਾ, ਉਹ ਕਦੀ ਵੀ ਇਮੋਸ਼ਨਲੀ ਅਟੈਚ ਨਹੀਂ ਹੋਣਗੇ ਉਸ ਜਗ੍ਹਾ ਦੇ ਨਾਲ। ਪਰ ਜਦੋਂ ਜਿਹੜੀ ਸਭ ਤੋਂ ਨੀਵੀਂ ਜਗ੍ਹਾ ਹੈ, ਜਿਹਦਾ ਐਜ਼ ਇਟ ਇਜ਼ ਕੋਈ ਯੂਜ਼ ਨਹੀਂ ਆ, ਉਸ ਜਗ੍ਹਾ ਨੂੰ ਵੀ ਪੈਸੇ ਦੇ ਕੇ, ਬਕਾਇਦਾ ਉਹਦੀ ਕੀਮਤ ਅਦਾ ਕਰਕੇ, 700 ਅਕਬਰੀ ਮੋਹਰਾਂ ਦੇ ਕੇ ਜਦੋਂ ਉਹਨੂੰ ਗੁਰੂ ਮਹਾਰਾਜ ਖਰੀਦਦੇ ਨੇ ਔਰ ਉਹਨੂੰ ਬਕਾਇਦਾ ਸਵਾਰਦੇ ਨੇ ਔਰ ਫਿਰ ਉਸ ਦੇ ਉੱਤੇ ਨਗਰ ਵਸਾਉਂਦੇ ਨੇ, ਅਤੇ ਜਿਹੜੇ ਆਸ-ਪਾਸ ਦੇ ਲੋਕ ਨੇ ਉਹ ਵੀ ਇੱਕ ਅਟੈਚਮੈਂਟ ਦੇ ਨਾਲ ਆ ਗਏ ਕਿ ਹਾਂ, ਇਸ ਜਗ੍ਹਾ ਦਾ ਇੱਕ ਬੜਾ ਵਧੀਆ ਉਪਯੋਗ ਹੋ ਗਿਆ। ਸੋ ਇੱਕ ਇਮੋਸ਼ਨਲ ਅਟੈਚਮੈਂਟ ਉਹਨਾਂ ਦੀ ਵੀ ਹੋ ਗਈ ਕਿ ਇੱਥੇ ਆ ਕੇ ਕਿਸੇ ਦਰਵੇਸ਼ ਨੇ ਕੋਈ ਇੱਕ ਇੰਨੀ ਖੂਬਸੂਰਤ ਜਗ੍ਹਾ ਉਸਾਰ ਦਿੱਤੀ ਆ, ਜਿਹੜਾ ਕਿ ਪਹਿਲਾਂ ਇੰਝ ਵੀਰਾਨ ਪਿਆ ਹੋਇਆ ਜਗ੍ਹਾ ਸੀਗੀ, ਜਾਂ ਇਹ ਕਹਿ ਲਓ ਕਿ ਜਿੱਥੇ ਪਹਿਲਾਂ ਬਹੁਤੀ ਵਸੋਂ ਨਹੀਂ ਸੀ, ਇਹ ਨੀਵੀਂ ਜਗ੍ਹਾ ਸੀਗੀ, ਪਰ ਇਹਨੂੰ ਵੀ ਗੁਰੂ ਮਹਾਰਾਜ ਨੇ ਉਹਨਾਂ ਦੇ ਚਰਨ ਪਏ ਅਤੇ ਇਹ ਵਸਦਾ ਹੋ ਗਿਆ। ਉਹ ਫਿਰ ਇੱਕ ਇਮੋਸ਼ਨਲ ਗੱਲ ਆ ਜਾਂਦੀ ਆ। ਹੁਣ ਆਪਾਂ ਇਸ ਟਾਈਮ 'ਤੇ ਰੌਲਾ ਇਹੀ ਪਾਉਂਦੇ ਆ ਨਾ, ਕਿਉਂਕਿ ਚੰਡੀਗੜ੍ਹ ਜਿਹੜਾ ਆ ਆਪਣੇ ਆਪ ਦੇ ਵਿੱਚ ਸੋ ਕਾਲਡ ਬੜੇ ਮਾਡਰਨ ਲੋਕਾਂ ਨੇ ਵਸਾਇਆ ਸੀਗਾ, ਅੰਗਰੇਜ਼ਾਂ ਦੇ ਟਾਈਮ ਵਸਾਇਆ ਗਿਆ, ਔਰ ਚੰਡੀਗੜ੍ਹ ਨੇ ਕਈਆਂ ਜਿਹੜੇ ਪੰਜਾਬ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਖਾ ਕੇ ਚੰਡੀਗੜ੍ਹ ਬਣਿਆ। ਹੁਣ ਤਾਂ ਬਕਾਇਦਾ ਉਹ ਖਰੜ ਤੱਕ ਹੀ ਆ ਗਿਆ, ਕਿਉਂਕਿ ਬੇਸ਼ੱਕ ਉਹ ਚੰਡੀਗੜ੍ਹ ਨਹੀਂ ਆਇਆ, ਪਰ ਖਰੜ ਤੋਂ ਅੱਗੇ ਤੱਕ ਵੀ ਜਿਹੜੀ ਉਹ ਇੱਕ ਹਿਸਾਬ ਨਾਲ ਕਹਿ ਲਓ ਕਿ ਉਹੋ ਜਿਹੇ ਸੇਮ ਟੂ ਸੇਮ ਉੱਦਾਂ ਦਾ ਹੀ ਸਾਰਾ ਕੁਛ ਪੈਟਰਨ ਉੱਥੇ ਆਈ ਜਾ ਰਿਹਾ। ਸੋ ਕਈ ਪੰਜਾਬ ਦੇ ਪਿੰਡਾਂ ਨੂੰ ਖਾ ਕੇ ਜਿਹੜਾ ਚੰਡੀਗੜ੍ਹ ਵਸਾਇਆ ਗਿਆ, ਅੱਜ ਜਦੋਂ ਪੰਜਾਬ ਨੂੰ ਉਹਦੇ 'ਚੋਂ ਬਾਹਰ ਕੱਢਿਆ ਜਾਂਦਾ, ਫਿਰ ਸਾਨੂੰ ਬੁਰਾ ਲੱਗਦਾ ਨਾ, ਫਿਰ ਸਾਨੂੰ ਲੱਗਦਾ ਨਾ ਕਿ ਲੈ, ਘਰ ਤਾਂ ਸਾਡੇ ਟੁੱਟੇ ਸੀਗੇ। ਔਰ ਮੈਂ ਉੱਥੇ ਕਿਉਂਕਿ ਚੰਡੀਗੜ੍ਹ ਕੁਝ ਸਮਾਂ ਰਹੀ ਹਾਂ, ਮੈਂ ਅਕਸਰ ਉਹਨਾਂ ਲੋਕਾਂ ਨੂੰ ਜਦੋਂ ਮਿਲਦੀ ਸੀਗੀ ਜਿਨ੍ਹਾਂ ਦੇ ਉੱਥੇ ਘਰ ਹੁੰਦੇ ਸੀਗੇ, ਤਾਂ ਉਹ ਅਕਸਰ ਕਹਿੰਦੇ ਕਿ ਆਹ ਜਿਹੜੀ ਜਗ੍ਹਾ ਨਾ, ਇੱਥੇ ਸਾਡੇ ਪੁਰਖਿਆਂ ਦੇ ਘਰ ਹੁੰਦੇ ਸੀਗੇ। ਉਹ ਇੱਕ ਟੀਸ ਉਹਨਾਂ ਦੇ ਅੰਦਰ ਹਮੇਸ਼ਾ ਰਹਿ ਜਾਂਦੀ ਆ। ਉਹ ਕਦੀ ਵੀ ਚੰਡੀਗੜ੍ਹ ਦੇ ਨਾਲ ਉਸ ਤਰੀਕੇ ਨਾਲ ਅਟੈਚ ਨਹੀਂ ਹੋ ਪਾਏ। ਉਹ ਇਸ ਤਰੀਕੇ ਨਾਲ ਹੀ ਅਟੈਚ ਨੇ ਕਿ ਇਹ ਸਾਡੇ ਘਰਾਂ ਨੂੰ ਉਜਾੜ ਕੇ ਜਗ੍ਹਾ ਬਣਾਈ ਗਈ ਹੈ। ਸੋ ਪਹਿਲੀ ਗੱਲ ਤਾਂ ਇਹ ਕਿ ਗੁਰੂ ਮਹਾਰਾਜ ਨੇ ਜਦੋਂ ਉਹਦਾ ਐਡਮਿਨਿਸਟ੍ਰੇਟਿਵ ਸਟਰਕਚਰ ਤਿਆਰ ਕੀਤਾ, ਤਾਂ ਉਹਨਾਂ ਨੇ ਕਿਸੇ ਚੀਜ਼ ਦਾ ਕੋਈ ਉਜਾੜਾ ਕਰਕੇ ਨਹੀਂ, ਬਕਾਇਦਾ ਨੀਵੀਂ ਜਗ੍ਹਾ ਵੀ ਉਹਨਾਂ ਨੇ ਉਹਦਾ ਮੁੱਲ ਤਾਰ ਕੇ ਫਿਰ ਲਈ ਆ। ਉਸ ਤੋਂ ਬਾਅਦ ਜਦੋਂ ਉਹ ਸ਼ਹਿਰ ਦੀ ਵਿਉਂਤਬੰਦੀ ਕਰਦੇ ਨੇ, ਤਾਂ ਉਹ ਸ਼ਹਿਰ ਦੀ ਵਿਉਂਤਬੰਦੀ ਇਸ ਤਰੀਕੇ ਨਾਲ ਕਰਦੇ ਨੇ ਕਿ ਲੋਕਾਂ ਨੂੰ ਖੱਜਲ ਹੋਣ ਦੀ ਲੋੜ ਨਾ ਪਵੇ। ਉਹਨਾਂ ਨੂੰ ਨਾਮ ਸੁਣ ਕੇ ਪਤਾ ਲੱਗ ਜਾਏ ਕਿ ਮੈਨੂੰ ਜੇ ਕੱਪੜਾ ਖਰੀਦਣਾ ਮੈਂ ਕਿੱਥੇ ਜਾਣਾ, ਜੇ ਮੈਂ ਅੰਨ ਖਰੀਦਣਾ ਮੈਂ ਕਿੱਥੇ ਜਾਣਾ, ਜੇ ਮੈਂ ਲੋਹਾ ਖਰੀਦਣਾ ਮੈਂ ਕਿੱਥੇ ਜਾਣਾ। ਸੋ ਹਰ ਇੱਕ ਚੀਜ਼ ਦੀ ਜਿਹੜੀ ਆ ਉਹ ਇੱਕ ਵਿਉਂਤਬੰਦੀ ਹੋ ਗਈ। ਸੋ ਜਦੋਂ ਕੋਈ ਵੀ ਚੀਜ਼ ਆਪਾਂ ਹਮੇਸ਼ਾ ਕਿਉਂ ਇਹ ਗੱਲ ਬਾਰ-ਬਾਰ ਕਹਿੰਦੇ ਆ ਕਿ ਜਿਹੜੇ ਬਾਹਰਲੇ ਮੁਲਕ, ਅਸੀਂ ਕਿਉਂ ਬਾਹਰਲੇ ਮੁਲਕਾਂ ਦੀ ਇੰਨੀ ਐਗਜ਼ਾਮਪਲ ਦਿੰਦੇ? ਖੈਰ ਮੈਂ ਨਹੀਂ ਦਿੰਦੀ, ਕਿਉਂਕਿ ਮੈਨੂੰ ਪਤਾ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਬਹੁਤ ਸਾਰੇ ਫਲॉज ਨੇ, ਪਰ ਜਦੋਂ ਵੀ ਕੋਈ ਦਿੰਦਾ, ਸਾਡੇ ਸੋ ਕਾਲਡ ਪ੍ਰਚਾਰਕ ਤਾਂ ਬਹੁਤ ਜ਼ਿਆਦਾ ਦਿੰਦੇ ਆ ਕਿ ਬਾਹਰਲੇ ਮੁਲਕਾਂ ਵਿੱਚ ਵੇਖੋ। ਉਹ ਕਿਉਂ ਕਹਿੰਦੇ ਨੇ? ਕਿਉਂਕਿ ਹਰ ਇੱਕ ਬੰਦੇ ਨੂੰ ਆਰਡਰ ਦੇ ਨਾਲ ਆਪਣੇ ਆਪ ਨੂੰ ਰਿਲੇਟ ਕਰਨਾ ਚੰਗਾ ਲੱਗਦਾ, ਸੌਖਾ ਲੱਗਦਾ। ਉਹਨੂੰ ਲੱਗਦਾ ਕਿ ਜਿਹੜੀ ਚੀਜ਼ ਸੋਹਣੀ ਹੋਵੇ ਨਾ, ਮੈਂ ਉਹਦੇ ਨਾਲ ਰਿਲੇਟ ਕਰਾਂ। ਕਿਉਂ ਸਾਡਾ ਹਮੇਸ਼ਾ ਸਾਰੇ ਕਿਉਂ ਕਹਿੰਦੇ ਰਹਿੰਦੇ, ਮੈਂ ਜਿਹੜੇ ਖਾਸ ਤੌਰ 'ਤੇ ਜਿਹੜੇ ਇੱਕ ਭਾਈਚਾਰਾ, ਸਪੈਸੀਫਿਕ ਭਾਈਚਾਰਾ, ਉਹ ਕਿਉਂ ਕਹਿੰਦਾ ਰਹਿੰਦਾ ਕਿ ਸਿੱਖ ਜਿਹੜੇ ਉਹ ਸਾਡੇ ਵਿੱਚੋਂ ਹੀ ਨਿਕਲੇ ਆ? ਕਿਉਂਕਿ ਸਿੱਖਾਂ ਦਾ ਜਿਹੜਾ ਇੰਨਾ ਸ਼ਾਨ ਮੱਤਾ ਇਤਿਹਾਸ ਹੈ, ਉਹਦੇ ਨਾਲ ਰਿਲੇਟ ਕਰਨਾ ਹਰ ਕਿਸੇ ਦਾ ਸੁਪਨਾ ਆ। ਕੋਈ ਗੱਲ ਤਾਂ ਹੋਊਗੀ ਨਾ ਸਾਡੇ ਵਿੱਚ। ਪਿੱਛੇ ਜੇ ਮੈਨੂੰ ਮੇਰੇ ਕੋਈ ਮੁਸਲਮਾਨ ਫਰੈਂਡ, ਉਹ ਮੈਨੂੰ ਕਹਿ ਰਹੇ ਸੀਗੇ, ਦੋਸਤ ਬੜੇ ਪਿਆਰੇ ਆ, ਉਹ ਕਹਿ ਰਹੇ ਸੀ, ਕਹਿੰਦੇ ਕਿ ਜਿਹੜੇ ਬਾਬਾ ਨਾਨਕ ਸੀਗੇ ਨਾ, ਉਹ ਤਾਂ ਮੁਸਲਮਾਨ ਹੋ ਗਏ ਸੀ। ਅਤੇ ਮੈਂ ਉਹਨਾਂ ਨੂੰ ਕੁਛ ਨਹੀਂ ਕਿਹਾ, ਮੈਂ ਉਹਨਾਂ ਨੂੰ ਸਿਰਫ ਇੰਨੀ ਗੱਲ ਹੀ ਕਹੀ, ਮੈਂ ਕਿਹਾ ਗੱਲ ਇੱਦਾਂ ਕਿ ਸਿੱਖਾਂ ਦਾ ਇਤਿਹਾਸ ਹੀ ਇੰਨਾ ਮਾਣ ਮੱਤਾ ਆ ਕਿ ਦੁਨੀਆ ਦਾ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਸਿੱਖ ਸਾਡੇ ਹੋਣ, ਪਰ ਉਹ ਇਹ ਨਹੀਂ ਕਹਿੰਦਾ ਕਿ ਅਸੀਂ ਸਿੱਖਾਂ ਦੇ ਹੋ ਜਾਈਏ, ਅਸੀਂ ਸਿੱਖਾਂ ਵਰਗੇ ਹੋ ਜਾਈਏ, ਹੈ ਨਾ। ਜੇ ਮਾਣ ਮੱਤਾ ਇਤਿਹਾਸ ਆਪਣਾ ਬਣਾਉਣਾ ਚਾਹੁੰਦੇ ਹੋ ਤਾਂ। ਸੋ ਗੱਲ ਮੁੱਕਦੀ ਇਹ ਆ ਕਿ ਕੋਈ ਵੀ ਚੀਜ਼, ਹਰ ਇੱਕ ਬੰਦਾ ਚੰਗੀ ਚੀਜ਼ ਦੇ ਨਾਲ ਆਪਣੇ ਆਪ ਨੂੰ ਰਿਲੇਟ ਕਰਨਾ ਮਾਣ ਮੱਤੀ ਗੱਲ ਮਹਿਸੂਸ ਕਰਦਾ। ਸੋ ਗੁਰੂ ਮਹਾਰਾਜ ਜਦੋਂ ਇਸ ਤਰੀਕੇ ਨਾਲ ਵਿਉਂਤਬੰਦੀ ਕਰ ਰਹੇ ਨੇ, ਤਾਂ ਨਾ ਸਿਰਫ ਉਹ ਉਹਨਾਂ ਲੋਕਾਂ ਨੂੰ ਵੀ
ਇੱਕ ਕਲੈਕਟੀਵਿਟੀ ਦਾ, ਇੱਕ ਕਲੈਕਟਿਵ ਇਮੋਸ਼ਨ ਦਾ ਅਹਿਸਾਸ ਕਰਵਾ ਰਹੇ ਜਿਹੜੇ ਉੱਥੇ ਵਸ ਰਹੇ ਨੇ। ਕਿਉਂਕਿ ਜਿਹੜੇ ਉੱਥੇ ਕੰਮ ਕਰ ਰਹੇ ਆ, ਜਿਹੜੇ ਲੋਹਾਰ ਦਾ ਕੰਮ ਕਰ ਰਹੇ ਆ, ਜਿਹੜੇ ਅਨਾਜ ਦਾ ਕੰਮ ਕਰ ਰਹੇ, ਜਿਹੜਾ ਜਿਸ ਤਰੀਕੇ ਦਾ ਵੀ ਕੰਮ ਕਰ ਰਿਹਾ, ਉਹਨਾਂ ਦੇ ਨਾਮ ਦੇ ਉੱਤੇ ਪਰਟੀਕੂਲਰ ਇੱਕ ਮੁਹੱਲੇ ਦਾ ਹੋਣਾ ਔਰ ਪਰਟੀਕੂਲਰ ਇੱਕ ਬਾਜ਼ਾਰ ਦਾ ਹੋਣਾ ਬਕਾਇਦਾ ਇਸ ਗੱਲ ਦਾ ਇਹ ਸਪਸ਼ਟ ਕਰਦਾ ਸੀਗਾ ਕਿ ਇਹ ਤੁਹਾਡੀ ਚੀਜ਼ ਹੈ। ਉਹਨਾਂ ਨੂੰ ਇੱਕ ਸੈਂਸ ਆਫ ਬਿਲੋਂਗਿੰਗ ਦਿੰਦਾ ਸੀ, ਹੈ ਨਾ, ਕਿ ਇਹ ਤੁਹਾਡੀ ਚੀਜ਼ ਹੈ, ਤੁਸੀਂ ਇਹਨੂੰ ਕਰਨਾ, ਤੁਸੀਂ ਇਹਦੇ ਉੱਤੇ ਇਹਦਾ ਕੰਮ ਕਰਨਾ, ਤੁਹਾਡੇ ਤੋਂ ਬਿਨਾਂ ਇਹ ਚੱਲ ਨਹੀਂ ਸਕਦੀ। ਸੋ ਉਹ ਇੱਕ ਜਿਹੜੀ ਉਹਨਾਂ ਨੂੰ ਨਾ ਸੈਂਸ ਆਫ ਬਿਲੋਂਗਿੰਗ ਆਉਂਦੀ ਸੀਗੀ, ਤਾਂ ਉਹ ਆਪਣੇ ਉਹ ਸੈਂਸ ਆਫ ਬਿਲੋਂਗਿੰਗ ਦੇ ਚੱਕਰ ਦੇ ਵਿੱਚ ਹੀ ਜ਼ਿਆਦਾ ਕਰਦੇ ਰਹੇ ਆ, ਜ਼ਿਆਦਾ ਕੰਮ ਕਰਦੇ ਸੀ। ਔਰ ਬਕਾਇਦਾ ਇੱਕ ਰਾਜ ਦੀ ਜਿਹੜੀ ਨਾ ਉਹ ਨੀਂਹ ਗੁਰੂ ਮਹਾਰਾਜ ਰੱਖ ਰਹੇ ਸੀਗੇ, ਤਾਂ ਉਹ ਆਪਣੀ ਪ੍ਰਜਾ ਨੂੰ ਇੱਕੋ ਹੀ ਗਲਵੱਕੜੀ ਦੇ ਵਿੱਚ ਲੈ ਰਹੇ ਸੀ, ਵੱਖਰਾ ਵੱਖਰਾ ਕਰਕੇ ਨਹੀਂ ਕਿ ਪਹਿਲਾਂ ਤੁਸੀਂ ਆ ਜਾਓ, ਫਿਰ ਤੁਸੀਂ ਆ ਜਾਓ, ਫਿਰ ਤੁਸੀਂ ਨਾ, ਇੱਦਾਂ ਨਹੀਂ, ਉਹ ਇਕੱਠੇ ਗਲਵੱਕੜੀ ਵਿੱਚ ਲੈ ਰਹੇ ਸੀਗੇ, ਹੈ ਨਾ। ਔਰ ਇਹ ਤਾਂ ਹੋ ਗਿਆ ਐਡਮਿਨਿਸਟ੍ਰੇਸ਼ਨ, ਕਿਉਂਕਿ ਜਦੋਂ ਤੁਹਾਨੂੰ ਪਤਾ ਕਿੱਥੋਂ ਕੀ ਮਿਲਣਾ, ਇਹ ਸਿਰਫ ਕੰਜ਼ਿਊਮਰ ਦੇ ਲਈ ਸੌਖਾ ਨਹੀਂ, ਇਹ ਜਿਹੜਾ ਕੰਮ ਕਰ ਰਿਹਾ ਉਹਦੇ ਲਈ ਵੀ ਸੌਖਾ, ਔਰ ਜਿਹਨੇ ਇਹਨਾਂ ਨੂੰ ਐਡਮਿਨਿਸਟਰ ਕਰਨਾ, ਜਿਹਨੇ ਇਹ ਪੂਰਾ ਮੈਨੇਜ ਕਰਨਾ, ਉਹਦੇ ਲਈ ਵੀ ਸੌਖਾ ਹੈ। ਸੋ ਐਡਮਿਨਿਸਟ੍ਰੇਟਿਵ ਤੌਰ ਦੇ ਉੱਤੇ ਗੁਰੂ ਮਹਾਰਾਜ ਨੇ ਉਸ ਨਗਰੀ ਨੂੰ ਬਿਲਕੁਲ ਪ੍ਰੋਪਰ ਜਗ੍ਹਾ ਵਾਂਗੂ ਪ੍ਰੋਪਰ ਜਗ੍ਹਾ ਬਣਾ ਕੇ ਦਿਖਾਇਆ। ਅਗਲੀ ਗੱਲ ਜਿਹੜੀ ਆ ਫਾਈਨੈਂਸ਼ੀਅਲ ਦੀ, ਉਹ ਅਗੇਨ ਕਿਉਂਕਿ ਆਦਾਨ ਪ੍ਰਦਾਨ ਇਸ ਤਰੀਕੇ ਦਾ ਸੀਗਾ, ਨਾਮ ਦੇ ਉੱਤੋਂ ਮੈਂ ਇਹ ਗੱਲ ਆਲਰੇਡੀ ਆਪਾਂ ਕਰ ਵੀ ਚੁੱਕੇ ਹਾਂ, ਪਰ ਉੱਥੇ ਤੋਂ ਹੀ ਪਤਾ ਲੱਗ ਜਾਂਦਾ ਸੀਗਾ ਕਿ ਕਿੱਥੋਂ ਜਾ ਕੇ ਕਿਹੜੀ ਚੀਜ਼ ਲੈਣੀ ਆ। ਸੋ ਇੱਕ ਜਿਹੜਾ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਆ ਉਹ ਵੀ ਆਸਾਨ ਸੀਗੀ। ਅਗਲੀ ਗੱਲ ਜਿਹੜੀ ਹੈਗੀ ਆ ਸੋਸ਼ਲ ਦੀ, ਇੰਪੋਰਟੈਂਟ ਆ ਬਹੁਤ ਸੋਸ਼ਲ। ਜਿਹੜੀ ਸੁਸਾਇਟੀ ਦੇ ਵਿੱਚ ਕੁਛ ਲੋਕਾਂ ਨੂੰ ਇਹ ਲੱਗੂਗਾ ਕਿ ਮੈਂ ਜ਼ਿਆਦਾ ਵੱਡਾ ਆ, ਦੂਜੇ ਮੇਰੇ ਤੋਂ ਛੋਟੇ ਆ, ਉਹਨਾਂ ਸੁਸਾਇਟੀਜ਼ ਦੇ ਵਿੱਚ ਹਮੇਸ਼ਾ ਕੌਨਫਲਿਕਟ ਰਹੂਗਾ ਹੀ ਰਹੂਗਾ। ਕੌਨਫਲਿਕਟ ਉਦੋਂ ਪੈਂਦਾ ਜਦੋਂ ਕੁਛ ਲੋਕਾਂ ਨੂੰ ਲੱਗਣ ਲੱਗ ਜਾਂਦਾ ਕਿ ਸਾਡੇ ਤੋਂ ਵਧੀਆ ਕੋਈ ਹੋਰ ਹੈ ਨਹੀਂ, ਉਦੋਂ ਕੌਨਫਲਿਕਟ ਸ਼ੁਰੂ ਹੁੰਦੇ ਆ। ਹੁਣ ਜੇ ਆਪਾਂ ਇਸ ਟਾਈਮ ਦੇ ਉੱਪਰ ਇੰਡੀਆ ਦੀ ਗੱਲ ਕਰ ਲਈਏ ਤਾਂ ਉੱਥੇ ਕੌਨਫਲਿਕਟ ਦਾ ਇਸ ਟਾਈਮ 'ਤੇ ਕਾਰਨ ਕੀ ਹੈ? ਕਿਉਂਕਿ ਇੱਕ ਧਿਰ ਨੂੰ ਇਹ ਲੱਗ ਰਿਹਾ ਕਿ ਇਹ ਸਾਡਾ ਰਾਸ਼ਟਰ ਹੈ, ਉਹ ਇਹਨੂੰ ਕਹਿ ਰਹੇ ਹਿੰਦੂ ਰਾਸ਼ਟਰ ਹੈ। ਹੁਣ ਹਿੰਦੂ ਰਾਸ਼ਟਰ ਵਰਗੀ ਕੋਈ ਚੀਜ਼ ਹੈ ਨਹੀਂ, ਪਰ ਉਹ ਧੱਕੇ ਨਾਲ ਹੀ ਕਹੀ ਜਾ ਰਹੇ। ਉਹਨਾਂ ਦੇ ਦਿਮਾਗ 'ਚ ਇੱਕ ਗੱਲ ਪਾਈ ਜਾ ਰਹੀ ਹੈ ਕਿ ਬੀਇੰਗ ਅ ਹਿੰਦੂ ਤੁਸੀਂ ਬਾਕੀਆਂ ਨਾਲੋਂ ਸੁਪਰੀਮ ਹੋ। ਬਹੁਤ ਸਾਰੇ ਹਿੰਦੂ ਭੈਣ ਭਰਾ ਇਹ ਗੱਲ ਨਹੀਂ ਮੰਨਦੇ, ਮੈਂ ਇਹ ਦੁਬਾਰਾ ਬੋਲ ਦਿੰਦੀ ਹਾਂ, ਬਹੁਤ ਸਾਰੇ ਹਿੰਦੂ ਭੈਣ ਭਰਾ ਇਸ ਗੱਲ ਨੂੰ ਨਹੀਂ ਮੰਨਦੇ। ਉਹ ਇਕੁਐਲਿਟੀ ਦੇ ਵਿੱਚ, ਕਿਉਂਕਿ ਉਹ ਵੀ ਉਸੇ ਤਰ੍ਹਾਂ ਦੀਆਂ ਹੀ ਮਾਰਾਂ ਚੱਲ ਰਹੇ ਨੇ, ਮਹਿੰਗਾਈ ਦੀਆਂ, ਹਰ ਤਰ੍ਹਾਂ ਦੀਆਂ ਜਿੱਦਾਂ ਦੀਆਂ ਬਾਕੀ ਚੱਲ ਰਹੇ ਨੇ, ਹੈ ਨਾ। ਪਰ ਫਿਰ ਵੀ ਉਹਨਾਂ ਨੂੰ ਇਹ ਗੱਲ ਦੱਸੀ ਜਾ ਰਹੀ ਆ, ਉਹਨਾਂ ਨੂੰ ਇਹ ਗੱਲ ਥੋਪੀ ਜਾ ਰਹੀ ਆ ਕਿ ਇੱਕ ਪਰਟੀਕੂਲਰ ਜਿਹੜੀ ਧਿਰ ਹੈ ਨਾ ਉਹ ਜ਼ਿਆਦਾ ਸੁਪਰੀਮ ਹੈ, ਉਹ ਜ਼ਿਆਦਾ ਚੰਗੀ ਆ ਬਾਕੀਆਂ ਨਾਲੋਂ। ਸੋ ਇਹ ਜਿਹੜਾ ਇੱਕ ਪੂਰਾ ਰਾਸ਼ਟਰ ਹੈ ਉਹ ਇੱਕ ਪਰਟੀਕੂਲਰ ਧਿਰ ਦਾ ਜ਼ਿਆਦਾ ਰਾਸ਼ਟਰ ਹੈ, ਬਾਕੀਆਂ ਦਾ ਘੱਟ ਰਾਸ਼ਟਰ ਹੈ। ਜਿੱਥੇ ਇਹ ਹੋਊਗਾ ਨਾ ਇੰਬੈਲੈਂਸ, ਉੱਥੇ ਕੌਨਫਲਿਕਟ ਰਹੂਗਾ ਹੀ ਰਹੂਗਾ। ਸੋ ਗੁਰੂ ਮਹਾਰਾਜ ਸੁਸਾਇਟੀ ਨੂੰ ਇਸ ਕੌਨਫਲਿਕਟ ਤੋਂ ਬਚਾਉਣ ਦੇ ਲਈ ਉਹ ਜਾਤ ਪਾਤ ਤੋੜਨ ਦੀ ਜਿਹੜੀ ਉਹਨਾਂ ਦੀ ਪਹਿਲੇ ਦਿਨ ਤੋਂ ਮਿਸ਼ਨ ਸੀਗਾ, ਗੁਰੂ ਨਾਨਕ ਦੇ ਸਮੇਂ ਤੋਂ ਮਿਸ਼ਨ ਸੀਗਾ, ਉਸ ਨੂੰ ਬਕਾਇਦਾ ਜਿਹੜਾ ਹੈ ਉਹਨੂੰ ਪ੍ਰੈਕਟੀਕਲ ਰੂਪ ਦਿੰਦੇ ਨੇ ਔਰ ਕਿਰਤੀਆਂ ਨੂੰ ਸ਼ਾਹਾਂ ਦੇ ਬਰਾਬਰ ਲਿਆ ਕੇ ਖੜਾ ਕਰਦੇ ਨੇ। ਹੁਣ ਅੰਮ੍ਰਿਤਸਰ ਨਗਰੀ ਦੇ ਵਿੱਚ ਕਿਰਤੀ ਇੱਕ ਪਾਸੇ ਨਹੀਂ ਨੇ, ਉਹ ਪਿੰਡੋਂ ਬਾਹਰ ਨਹੀਂ ਰਹਿ ਰਹੇ, ਉਹ ਬਕਾਇਦਾ ਉਹਨਾਂ ਦੇ ਨਾਲ ਰਹਿ ਰਹੇ ਨੇ। ਜਿੱਥੇ ਕਿਰਤੀ ਦਿਖ ਰਿਹਾ ਉੱਥੇ ਸ਼ਾਹ ਵੀ ਦਿਖ ਰਹੇ, ਜਿੱਥੇ ਸ਼ਾਹ ਦਿਖ ਰਹੇ ਉੱਥੇ ਕਿਰਤੀ ਵੀ ਦਿਖ ਰਹੇ ਨੇ। ਸੋ ਇਹ ਇੱਕ ਸੋਸ਼ਲ ਸਟਰਕਚਰ ਹੈ ਨਾ, ਜੋ ਗੁਰੂ ਮਹਾਰਾਜ ਸਾਨੂੰ ਦੇ ਰਹੇ ਨੇ। ਔਰ ਫਾਈਨਲ ਜਿਹੜਾ ਹੈ ਉਹ ਹੈ ਪੋਲੀਟੀਕਲ। ਹੁਣ ਪੋਲੀਟੀਕਲ ਸਟਰਕਚਰ ਕਿਉਂ ਇੰਪੋਰਟੈਂਟ ਹੈ? ਕਿਉਂਕਿ ਉਸ ਪਰਟੀਕੂਲਰ ਜਗ੍ਹਾ ਦੇ ਵਿੱਚ ਉਹ ਜਿਹੜੀ ਨਗਰੀ ਗੁਰੂ ਮਹਾਰਾਜ ਵਸਾਉਂਦੇ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ, ਉੱਥੇ ਕਿਸੇ ਦਾ ਕੋਈ ਜਜ਼ੀਆ ਨਹੀਂ ਲੱਗਦਾ, ਕਿਸੇ 'ਤੇ ਕੋਈ ਟੈਕਸ ਨਹੀਂ ਲੱਗਦਾ। ਹਰ ਇੱਕ ਰਾਜੇ ਮਹਾਰਾਜੇ ਦਾ ਆਪਣਾ ਪਰਸਨਲ ਕਰ ਹੁੰਦਾ ਸੀ, ਪਰਸਨਲ ਟੈਕਸ ਹੁੰਦਾ ਸੀ, ਜੋ ਲੋਕਾਂ ਨੂੰ ਉੱਥੋਂ ਦੀ ਰਹਿਣ ਵਾਲੀ ਜਨਤਾ ਨੂੰ ਦੇਣਾ ਪੈਂਦਾ ਸੀ। ਪਰ ਇਸ ਨਗਰੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਆ। ਹੁਣ ਇਹ ਡਿਸਾਈਡ ਕੌਣ ਕਰ ਰਿਹਾ? ਇਹ ਕਰ ਰਿਹਾ ਰਾਜਾ ਉੱਥੋਂ ਦਾ। ਔਰ ਰਾਜਾ ਕੌਣ? ਗੁਰੂ ਸਾਹਿਬ ਆਪ। ਗੁਰੂ ਸਾਹਿਬ ਡਿਸਾਈਡ ਕਰ ਰਹੇ ਨੇ ਕਿ ਇੱਥੋਂ ਦੇ ਲੋਕਾਂ ਉੱਤੇ ਕੋਈ ਜਜ਼ੀਆ ਨਹੀਂ ਲੱਗੂਗਾ, ਕੋਈ ਕਰ ਨਹੀਂ ਲੱਗੂਗਾ, ਕਿਸੇ ਦਾ ਕੋਈ ਇਹੋ ਜਿਹੀ ਕੋਈ ਗੱਲ ਹੈ ਨਹੀਂ। ਸੋ ਇਹ ਇੱਕ ਪੋਲੀਟੀਕਲ ਉਹਨਾਂ ਦਾ ਮਾਡਲ ਹੈ ਕਿ ਜਦੋਂ ਖਾਲਸਾ ਰੂਲ ਆਊਗਾ ਤੇ ਕਿਸੇ ਨੂੰ ਜਜ਼ੀਆ ਨਹੀਂ ਭਰਨਾ ਪਊਗਾ, ਕਿਸੇ ਨੂੰ ਪਨਿਸ਼ਮੈਂਟ ਦੇ ਤੌਰ ਦੇ ਉੱਤੇ ਪੈਸਿਆਂ ਦਾ ਜਿਹੜਾ ਮੁੱਲ ਉਤਾਰਨਾ ਨਹੀਂ ਪਊਗਾ, ਕਿਸੇ ਨੂੰ ਕਿਸੇ ਰਾਜੇ ਦਾ ਟੈਕਸ ਦੇਣ ਦੀ ਲੋੜ ਨਹੀਂ। ਔਰ ਉਹ ਹੋਇਆ ਫਾਈਨਲੀ, ਉਹ ਪ੍ਰੈਕਟੀਕਲੀ ਖਾਲਸਾ ਜਦੋਂ ਸਰਕਾਰੇ ਖਾਲਸਾ ਆਉਂਦੀ ਆ ਤਾਂ ਉਦੋਂ ਇਹ ਗੱਲ ਹੁੰਦੀ ਆ। ਸੋ ਇਹ ਇੱਕ ਜਿਹੜਾ ਨਾ ਅੰਮ੍ਰਿਤਸਰ ਜਿਹੜਾ ਹੈ, ਸ਼੍ਰੀ ਅੰਮ੍ਰਿਤਸਰ ਸਾਹਿਬ ਇੱਕ ਮਾਡਲ ਦੀ ਤਰ੍ਹਾਂ ਗੁਰੂ ਮਹਾਰਾਜ ਸਾਨੂੰ ਦਿੰਦੇ ਨੇ। ਔਰ ਬਾਅਦ ਵਿੱਚ ਉਹ ਬਕਾਇਦਾ ਆਪਣੀ ਬਾਣੀ ਵਿੱਚ ਵੀ ਦੱਸਦੇ ਨੇ, ਸ਼ਾਂਤ ਸਹਿਜ ਸੁਖ ਕੇ ਸਭ ਹਾਟ, ਸਾਹ ਵਪਾਰੀ ਏਕੇ ਥਾਟ, ਜਜ਼ੀਆ ਡਾਨ ਕੋ ਲਾਏ ਨਾ ਜਗਾਤ, ਸਤਗੁਰ ਕਰ ਦੀਨੀ
ਤੁਰ ਕੀ ਛਾਪ। ਕਿ ਐਸੀ ਉਹ ਬੇਸ਼ੱਕ ਇਹ ਜਿਹੜੀਆਂ ਪੰਕਤੀਆਂ ਨੇ ਗੁਰੂ ਮਹਾਰਾਜ ਆਪਣੇ ਅੰਦਰ ਦੀ ਸਥਿਤੀ ਦੀ ਗੱਲ ਕਰ ਰਹੇ ਨੇ, ਪਰ ਜੋ ਅੰਦਰ ਦੀ ਸਥਿਤੀ ਆ, ਹੁਣ ਅੰਦਰ ਸਥਿਤੀ ਦਾ ਮਤਲਬ ਕੀ ਹੁੰਦਾ ਕਿ ਤੁਹਾਡਾ ਇੰਟਰਨਲ ਪੀਸ ਰਵੇ, ਹੈ ਨਾ। ਇੰਟਰਨਲੀ ਅਗਰ ਤੁਸੀਂ ਇੰਟਰਨਲੀ ਪੀਸਫੁਲ ਰਹਿ ਰਹੇ ਆ ਤਾਂ ਤੁਸੀਂ ਪਰਮਾਤਮਾ ਦੇ ਨਾਲ ਈਜ਼ੀਲੀ ਮਿਲ ਸਕਦੇ ਆ। ਪਰ ਜੇ ਤੁਹਾਡੇ ਅੰਦਰ ਹੀ ਭੁਚਾਲ ਮਚਿਆ ਹੋਇਆ ਤਾਂ ਤੁਸੀਂ ਕਿੱਧਰ ਨੂੰ ਜਾਓਗੇ? ਫਿਰ ਡਿਪਰੈਸ਼ਨ ਵੀ ਆਊਗਾ, ਫਿਰ ਐਨਜ਼ਾਈਟੀ ਵੀ ਹੋਊਗੀ, ਫਿਰ ਸਾਰੇ ਤਰ੍ਹਾਂ ਦੀਆਂ ਬਿਮਾਰੀਆਂ ਜਿਨ੍ਹਾਂ ਦੇ ਵਿੱਚ ਆਪਾਂ ਅੱਜ ਘਿਰੇ ਹੋਏ ਆ ਉਹ ਸਾਰੀਆਂ ਹੋਣਗੀਆਂ। ਸੋ ਬੇਸ਼ੱਕ ਇਹ ਗੱਲ ਹੈਗੀ ਆ, ਪਰ ਉਹੀ ਚੀਜ਼ ਗੁਰੂ ਮਹਾਰਾਜ ਐਕਸਟਰਨਲੀ ਵੀ ਦੇ ਰਹੇ ਨੇ ਕਿ ਜੇਕਰ ਤੁਹਾਡੇ ਆਸ-ਪਾਸ ਵੀ ਪੀਸ ਹੋਵੇ, ਜੇਕਰ ਤੁਹਾਡੇ ਆਸ-ਪਾਸ ਵੀ ਹਲੇਮੀ ਰਾਜ ਹੋਵੇ ਤਾਂ ਕਿਆ ਬਾਤ ਹੈ ਨਾ। ਫਿਰ ਤਾਂ ਇਨਸਾਨ ਨੂੰ ਕਿਤੇ ਭੱਜਣ ਨੱਠਣ ਦੀ ਲੋੜ ਨਹੀਂ। ਫਿਰ ਉਹ ਜਿਹੜਾ ਰਾਜ ਹੋਊਗਾ ਉਹ ਅਕਾਲ ਪੁਰਖ ਦਾ ਰਾਜ ਹੋਊਗਾ, ਕਿਉਂਕਿ ਉਹੀ ਰਾਜ ਅਕਾਲ ਪੁਰਖ ਦਾ ਹੋ ਸਕਦਾ ਜਿੱਥੇ ਸਾਰੇ ਖੁਸ਼ ਨੇ, ਜਿੱਥੇ ਇੱਕ ਜਿਹੜੀ ਧਿਰ ਹੈਗੀ ਆ ਉਹ ਖੁਸ਼ ਆ, ਦੂਜੀ ਧਿਰ ਜਿਹੜੀ ਆ ਉਹ ਵਿਚਾਰੀ ਉਹਨੂੰ ਆਪਣਾ ਆਪ ਠੱਗਿਆ ਹੋਇਆ ਮਹਿਸੂਸ ਕਰਦੀ ਆ, ਜਾਂ ਉਹਨੂੰ ਇੰਝ ਲੱਗਦਾ ਕਿ ਮੇਰੇ ਨਾਲ ਵਿਤਕਰਾ ਹੁੰਦਾ, ਤਾਂ ਉਸ ਧਿਰ ਜਿਹੜੀ ਆ ਦੂਸਰੀ ਧਿਰ ਉਹ ਕਦੀ ਵੀ ਫਿਰ ਖੁਸ਼ ਨਹੀਂ ਰਹਿ ਸਕਦੀ। ਸੋ ਜਿਹੜੀ ਪਹਿਲੀ ਧਿਰ ਵੀ ਜਿਹਨੂੰ ਪਤਾ ਹੈ ਕਿ ਅਸੀਂ ਖੁਸ਼ ਇਸ ਕਰਕੇ ਹਾਂ ਕਿਉਂਕਿ ਉਹ ਦੁਖੀ ਹੈ, ਯਕੀਨ ਮੰਨਿਓ ਜੇ ਉਹ ਧਿਰ ਵੀ ਕਦੀ ਖੁਸ਼ ਨਹੀਂ ਰਹਿੰਦੀ ਹੁੰਦੀ, ਕਿਉਂਕਿ ਇੰਟਰਨਲੀ ਅੰਦਰ ਤੇ ਸਭ ਦੇ ਉਹ ਜੋਤ ਇੱਕੋ ਹੀ ਹੈ ਨਾ। ਅਤੇ ਉਸ ਜੋਤ ਨੂੰ ਇਹ ਕਦੀ ਪਸੰਦ ਨਹੀਂ ਕਿ ਦੂਸਰੀ ਜੋਤ ਜਿਹੜੀ ਆ ਉਹ ਦੁਖੀ ਹੋਵੇ। ਸੋ ਬੇਸਿਕਲੀ ਜਿਹੜੀਆਂ ਆਪਣੀਆਂ ਪ੍ਰੋਬਲਮਸ ਨੇ ਉਹ ਇਸੇ ਕਰਕੇ ਆ ਕਿਉਂਕਿ ਸਾਨੂੰ ਪਤਾ ਕਿ ਅਸੀਂ ਖੁਸ਼ ਹਾਂ ਬਿਕਾਜ਼ ਸਮਬਡੀ ਐਲਸ ਇਜ਼ ਨਾਟ ਹੈਪੀ, ਹੈ ਨਾ। ਜਿਹੜੇ ਸਰਮਾਏਦਾਰ ਲੋਕ ਨੇ ਉਹਨਾਂ ਨੂੰ ਪਤਾ ਕਿ ਅਸੀਂ ਸਰਮਾਏਦਾਰ ਹੈਗੇ ਹਾਂ, ਪਰ ਇਹ ਜਿਹੜਾ ਪੈਸਾ ਇਕੱਠਾ ਕੀਤਾ ਉਹ ਅਸੀਂ ਗਰੀਬਾਂ ਦਾ ਲਹੂ ਚੂਸ ਕੇ ਕੀਤਾ। ਇਹੀ ਕਾਰਨ ਹੈ ਕਿ ਉਹ ਕਹਿੰਦੇ ਨੇ ਕਿ ਪੈਸਾ ਤਾਂ ਬਹੁਤ ਆ ਪਰ ਖੁਸ਼ੀ ਨਹੀਂ ਹੈ। ਸਾਨੂੰ ਪਤਾ ਜਿਹੜੇ ਅਸੀਂ ਬਾਹਰ ਆਉਂਦੇ ਹਾਂ, ਮੈਂ ਆਪਣੀ ਗੱਲ ਵੀ ਕਰਦੀ ਹਾਂ, ਜਦੋਂ ਅਸੀਂ ਬਾਹਰ ਆ ਜਾਂਦੇ ਹਾਂ ਤਾਂ ਸਾਨੂੰ ਪਤਾ ਅਸੀਂ ਇੱਥੇ ਆ ਕੇ ਹਰ ਤਰ੍ਹਾਂ ਦੀ ਸਹੂਲਤ ਸਾਡੇ ਕੋਲ ਹੁੰਦੀ ਆ, ਫਿਰ ਵੀ ਕਹਿੰਦੇ ਹਾਂ ਕਿ ਹਰ ਤਰ੍ਹਾਂ ਦੀ ਸਹੂਲਤ ਹੈ, ਪੈਸਾ ਹੈ, ਪਰ ਮਨ ਨੂੰ ਖੁਸ਼ੀ ਨਹੀਂ ਆ, ਕਿਉਂਕਿ ਸਾਨੂੰ ਪਤਾ ਕਿ ਅਸੀਂ ਪਿੱਛੇ ਕਈਆਂ ਨੂੰ ਦੁਖੀ ਕਰਕੇ ਛੱਡ ਕੇ ਆਏ ਹਾਂ। ਸਾਡੇ ਮਾਂ-ਬਾਪ ਪਿੱਛੇ ਦੁਖੀ ਆ, ਸਾਨੂੰ ਉਡੀਕਦੇ ਆ। ਇਸ ਕਰਕੇ ਸਾਡਾ ਉਹ, ਕਿਉਂਕਿ ਜਦੋਂ ਵੀ ਤੁਹਾਡੀ ਖੁਸ਼ੀ ਕਿਸੇ ਹੋਰ ਦੇ ਦੁੱਖ ਦੇ ਉੱਪਰ ਦੇ ਕਰਕੇ ਹੋਈ ਹੋਊਗੀ, ਜਾਂ ਇਹ ਕਹਿ ਲਓ ਕਿ ਤੁਹਾਡੀ ਖੁਸ਼ੀ ਵਾਸਤੇ ਤੁਸੀਂ ਜਿਹੜੀ ਪ੍ਰਾਈਸ ਪੇ ਕੀਤੀ ਆ ਉਹ ਕਿਸੇ ਦਾ ਦੁੱਖ ਹੈ, ਤਾਂ ਤੁਸੀਂ ਕਦੀ ਵੀ ਖੁਸ਼ ਨਹੀਂ ਹੁੰਦੇ, ਇੰਟਰਨਲੀ ਕਦੀ ਵੀ ਖੁਸ਼ ਨਹੀਂ ਹੁੰਦੇ। ਸੋ ਇਸ ਤਰ੍ਹਾਂ ਦੀ ਜਿਹੜੀ ਪੀਸ ਨੂੰ ਡਿਵੈਲਪ ਕਰਨ ਦੇ ਲਈ, ਜੋ ਇੰਟਰਨਲ ਪੀਸ ਆ ਉਹਦੇ ਲਈ ਐਕਸਟਰਨਲ ਪੀਸ ਨੂੰ ਵੀ ਡਿਵੈਲਪ ਕਰਨ ਦੇ ਲਈ ਜੋ ਇੱਕ ਮਾਡਲ ਤਿਆਰ ਕੀਤਾ, ਜੋ ਸ਼ੁਰੂਆਤੀ ਰਾਜਧਾਨੀ ਗੁਰੂ ਮਹਾਰਾਜ ਨੇ ਦਿੱਤੀ ਸਰਕਾਰੇ ਖਾਲਸਾ ਦੀ, ਉਹ ਬਕਾਇਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰੂਪ ਦੇ ਵਿੱਚ ਸਾਡੇ ਕੋਲ ਸਾਹਮਣੇ ਹੈ। ਹਲੇਮੀ ਰਾਜ ਦੀ ਗੱਲ ਆਉਂਦੀ ਆ ਨਾ, ਉਹ ਗੁਰਬਾਣੀ ਦੇ ਵਿੱਚ ਹੀ ਮਹਾਰਾਜ ਕਹਿੰਦੇ ਨੇ, ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ, ਹੈ ਨਾ। ਉਹ ਸੁਖੀ ਅਤੇ ਫਿਰ ਸੁੱਖ ਪਾਇਆ, ਔਰ ਇਸੇ ਹੀ ਜਿਹੜਾ ਸ਼ਬਦ ਹੈ ਇਹਦੇ ਵਿੱਚ ਹੀ ਹਲੇਮੀ ਰਾਜ ਦੀ ਗੱਲ ਆਉਂਦੀ ਆ। ਉਦੋਂ ਹੀ ਬੋਲਦੇ ਆ, ਮੈਂ ਬੱਧੀ ਸੱਚ ਧਰਮਸਾਲ ਹੈ, ਕਿ ਸੱਚ ਦੀ ਧਰਮਸਾਲ ਬੰਨੀ ਹੋਈ ਆ, ਹੈ ਨਾ। ਗੁਰਸਿੱਖਾਂ ਲਹਿਦਾ ਭਾਲ ਕੇ, ਫਿਰ ਗੁਰਸਿੱਖਾਂ ਨੂੰ ਭਾਲ ਕੇ ਲਿਆਂਦਾ ਆ। ਹੁਣ ਇਹ ਗੱਲ ਆਪਾਂ ਸਮਝੀਏ ਕਿ ਇਸ ਪੂਰੇ ਸ਼ਬਦ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਉੱਤੇ ਆਪਾਂ ਲਾਗੂ ਕਰਕੇ ਦੇਖਣ ਦੀ ਕੋਸ਼ਿਸ਼ ਕਰੀਏ, ਜਾਂ ਇਹ ਕਹਿ ਲਓ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਜਿੱਦਾਂ ਨਗਰ ਵਸਾਇਆ ਜਾਂਦਾ, ਇਹਨੂੰ ਇਸ ਰੂਪ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਸਮਝ ਆਊਗੀ ਕਿ ਜਦੋਂ ਮਹਾਰਾਜ ਕਹਿੰਦੇ ਨੇ ਸਭ ਸੁਖਾਲੀ ਵੁੱਠਿਆ ਇਹ ਹੋਆ ਹਲੇਮੀ ਰਾਜ ਜੀਓ, ਤਾਂ ਉਹ ਹਲੇਮੀ ਰਾਜ ਬਕਾਇਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਰੂਪ ਦੇ ਵਿੱਚ ਸਾਨੂੰ ਉਹ ਪ੍ਰੈਕਟੀਕਲ ਕਰਕੇ ਦਿਖਾਉਂਦੇ ਨੇ। ਔਰ ਇੱਕ ਸ਼ਬਦ ਮੈਂ ਲਾਸਟ ਵਿੱਚ ਜਿਹੜਾ ਪੂਰਾ ਇਹ ਜ਼ਰੂਰੀ ਪੜ੍ਹਨਾ ਹੈ ਕਿ ਕਿਉਂਕਿ ਇਕੱਲੀ ਚੀਜ਼ ਜਿਹੜੀ ਹੈ ਨਾ ਤੁਹਾਨੂੰ ਸਮਝ ਆਊਗੀ ਕਿ ਵਾਕਈ ਹੁਣ ਦੇਖਿਓ ਕਿ ਇੱਕ ਪਾਸੇ ਅੰਮ੍ਰਿਤਸਰ ਸਾਹਿਬ ਦਾ ਜੋ ਆਪਾਂ ਡਿਸਕਸ ਕੀਤਾ ਉਹ ਅੰਮ੍ਰਿਤਸਰ ਸਾਹਿਬ ਦਾ ਦੇਖੀ ਜਾਇਓ, ਇੱਕ ਪਾਸੇ ਇਹ ਸ਼ਬਦ ਦੇਖੀ ਜਾਇਓ, ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋ ਨਹੀਂ ਥੇ ਠਾਓ, ਨੋ ਸਫਰਿੰਗ ਨੋ ਐਨਜ਼ਾਈਟੀ, ਕੋਈ ਸਫਰਿੰਗ ਨਹੀਂ ਆ ਉੱਥੇ, ਕੋਈ ਐਨਜ਼ਾਈਟੀ ਨਹੀਂ ਆ ਜਿਸ ਸ਼ਹਿਰ ਦਾ ਨਾਮ ਬੇਗਮਪੁਰਾ ਹੈ। ਨਾ ਤਸਵੀਜ਼ ਖਿਰਾਜ ਨਾ ਮਾਲ, नो ट्रबल्स नो टैक्सेस, ना कोई प्रॉब्लम है, ना कोई ट्रबल है, ना कोई टैक्सेस है। खौफ ना खता ना तरस जवाल, नो फियर, ना कोई खौफ है ना कोई खता है, खता मतलब मिसटेक, तो ना किसी ਨੂੰ ਕਿਸੇ ਦੇ ਉੱਤੇ ਤਰਸ ਆਉਂਦਾ, ਕਿਉਂਕਿ ਤਰਸ ਜੋ ਕਿ ਕਿਸੇ ਦੀ ਹਾਲਤ ਹੀ नहीं ਆ, सब इक्वल ने। अब मोह खूब वतन गह पाई, उहाँ खैर सदा मेरे पाई, और ऐसा एक्सीलेंट ऐसी एक खूब वतन मैनू लभ्या कि अब मोहे खूब वतन गह पाई ओहा खैर सदा मेरे पाई, जिते हमेशा खैर ही हुंदी आ, जिते हमेशा सही ही हुंदा, चंगा ही हुंदा।
ਕਾਇਮ ਦਾਇਮ ਸਦਾ ਪਾਤਸ਼ਾਹੀ, ਜਿੱਥੇ ਗॉड्स ਕਿੰਗਡਮ, ਜਿੱਥੇ ਪਰਮਾਤਮਾ ਦਾ ਜਿਹੜਾ ਰਾਜ ਹੈ ਉਹ ਹਮੇਸ਼ਾ ਸਦਾ ਪਾਤਸ਼ਾਹੀ। ਇੱਥੋਂ ਸਮਝ ਆਊਗੀ ਕਿ ਪਾਤਸ਼ਾਹੀ ਦਾਅਵੇ ਦਾ ਮਤਲਬ ਕੀ ਆ ਸਾਡੇ ਲਈ। ਮੇਰਾ ਇਹ ਪ੍ਰੋਗਰਾਮ ਅੱਜ ਥੋੜ੍ਹਾ ਜਿਹਾ ਲੰਬਾ ਹੋ ਗਿਆ, ਪਰ ਇਹ ਗੱਲ ਕਰਨੀ ਜ਼ਰੂਰੀ ਆ ਕਿਉਂਕਿ ਸਾਨੂੰ ਪਤਾ ਹੀ ਨਹੀਂ ਆ ਕਿ ਪਾਤਸ਼ਾਹੀ ਦਾਅਵੇ ਵਾਲੇ ਹੁੰਦੇ ਕਿਹੜੇ ਨੇ। ਸੋ ਜਦੋਂ ਮਹਾਰਾਜ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ ਨਾ ਬੇਗਮ ਬੁਰਾ ਸ਼ਹਿਰ ਕਾ ਨਾਮ, ਤੇ ਉਹਦੇ ਵਿੱਚ ਹੈ ਕਿ ਕਾਇਮ ਦਾਇਮ ਸਦਾ ਪਾਤਸ਼ਾਹੀ। ਉੱਥੇ ਕਿਸੇ ਬੰਦੇ ਦੀ ਪਾਤਸ਼ਾਹਤ ਨਹੀਂ ਚੱਲਦੀ, ਉੱਥੇ ਪਾਤਸ਼ਾਹੀ ਦਾਅਵੇ ਵਾਲਿਆਂ ਦੀ ਪਾਤਸ਼ਾਹਤ ਆ। ਔਰ ਪਾਤਸ਼ਾਹੀ ਦਾਅਵਾ ਕਾਹਦਾ? ਅਕਾਲ ਪੁਰਖ ਦਾ। ਦੋਮ ਨਾ ਸੇਮ 100 ਆਹੀ, ਕੋਈ ਕਿਸੇ ਦਾ ਸੈਕਿੰਡ ਸਟੇਟਸ ਨਹੀਂ ਆ, ਨਾ ਕਿਸੇ ਦਾ ਦੂਜੇ ਦਰਜੇ ਦਾ ਕੋਈ ਹੈ, ਨਾ ਤੀਜੇ ਦਰਜੇ ਦਾ, ਸਭ ਇੱਕ ਦਰਜੇ ਦੇ, ਸਭ ਈਕੁਅਲ ਨੇ। ਆਬਾਦਾਨ ਸਦਾ ਮਸ਼ਹੂਰ, ਇਹ ਜਿਹੜੀ ਸਿਟੀ ਹੈ, ਇਹ ਜਿਹੜੀ ਜਗ੍ਹਾ ਹੈ ਉਹ ਹਮੇਸ਼ਾ ਪੋਪੂਲਸ ਮਤਲਬ ਭਰੀ ਰਹਿੰਦੀ ਆ ਔਰ ਮਸ਼ਹੂਰ ਵੀ ਰਹਿੰਦੀ ਆ ਕਿਉਂਕਿ ਖੁਸ਼ ਹੈ ਨਾ, ਖੁਸ਼ਹਾਲੀ ਆ। ਹਰ ਬੰਦਾ ਉਸ ਖੁਸ਼ਹਾਲੀ ਵੱਲ ਅਟਰੈਕਟ ਹੁੰਦਾ, ਹਰ ਬੰਦਾ ਉੱਥੇ ਆ ਕੇ ਵਸਣਾ ਚਾਹੁੰਦਾ ਹੈ ਨਾ। ਓਹਾਂ ਗਨੀ ਬਸੇ ਮਾਮੂਰ, ਜਿਹੜੇ ਉੱਥੇ ਵੱਸਦੇ ਨੇ ਉਹ ਆਪਣੇ ਆਪ 'ਚ ਅਮੀਰ ਵੀ ਨੇ ਔਰ ਕੰਟੈਂਟਡ ਵੀ ਨੇ। ਉਹ ਬਿਲਕੁਲ ਉਹਨਾਂ ਦਾ ਦਿਲ ਵੀ ਉਹਨਾਂ ਦਾ ਅਮੀਰ ਹੈ। ਇਹ ਨਹੀਂ ਕਿ ਸਿਰਫ ਪੈਸਿਆਂ ਵੱਲੋਂ, ਕਿਉਂਕਿ ਪੈਸਿਆਂ ਵੱਲੋਂ ਅਮੀਰ ਤਾਂ ਹੁਣ ਵੀ ਬਹੁਤ ਲੋਕ ਨੇ, ਪਰ ਦਿਲ ਹੋਰ ਲੈ ਲਓ, ਹੋਰ ਲੈ ਲਓ, ਹੋਰ ਲੈ ਲਓ ਵਾਲਾ ਉੱਥੇ ਐਸੇ ਲੋਕ ਨਹੀਂ। ਉੱਥੇ ਐਸੇ ਲੋਕ ਨੇ ਜੋ ਅਮੀਰ ਵੀ ਨੇ ਔਰ ਦਿਲੋਂ ਅਮੀਰ ਵੀ ਨੇ, ਉਹ ਆਪਣੇ ਆਪ 'ਚ ਕੰਟੈਂਟਡ ਵੀ ਨੇ। ਤਿਉ ਸੈਲ ਕਰੇ ਜਿਉ ਪਾਵੇ, ਮਹਿਰਮ ਮਹਲ ਨਾ ਕੋ ਅਟਕਾਵੇ, ਜਿਸ ਦਾ ਜਿਵੇਂ ਦਿਲ ਕਰਦਾ ਉਹ ਉਵੇਂ ਉਵੇਂ ਉੱਥੇ ਘੁੰਮ ਰਿਹਾ, ਉਵੇਂ ਉਵੇਂ ਉੱਥੇ ਸੈਰ ਕਰ ਰਿਹਾ। ਕੋਈ ਮਹਿਲ, ਕੋਈ ਵੱਡੀ ਜਾਂ ਕਹਿ ਲਈਏ ਕਿ ਕੋਈ ਜਿਹੜਾ ਆਪਣੇ ਆਪ ਨੂੰ ਰਾਜਾ ਕਹਿੰਦਾ, ਉਹਨੂੰ ਕੋਈ ਅਟਕਾ ਨਹੀਂ ਸਕਦਾ। ਕਿਸੇ ਨੂੰ ਕੋਈ ਇਹ ਨਹੀਂ ਪੁੱਛਦਾ ਕਿ ਤੂੰ ਇੱਧਰ ਨੂੰ ਕਿਉਂ ਘੁੰਮ ਕੇ ਆਇਆ, ਕਿਉਂਕਿ ਆਹ ਤਾਂ ਤੇਰਾ ਰਾਹ ਹੀ ਨਹੀਂ ਸੀਗਾ ਜਾਂ ਇਹ ਤਾਂ ਤੇਰਾ ਇਲਾਕਾ ਹੀ ਨਹੀਂ ਸੀਗਾ। ਐਸਾ ਕੋਈ ਬੰਦਾ ਨਹੀਂ। ਹਰ ਕਿਸੇ ਨੂੰ ਇਕੁਅਲ ਦਰਜਾ ਹੈ, ਹਰ ਇੱਕ ਬੰਦਾ ਫ੍ਰੀ ਹੈ ਟੂ ਡੂ ਵਾਟ ਐਵਰ ਹੀ ਵਾਂਟਸ, ਹੈ ਨਾ। ਕਹੇ ਰਵਿਦਾਸ ਖਲਾਸ ਚਮਾਰਾ, ਜੋ ਹਮ ਸਹਰੀ ਸੋ ਮੀਤ ਹਮਾਰਾ। ਰਵਿਦਾਸ ਸਾਹਿਬ ਕਹਿੰਦੇ ਨੇ ਕਿ ਜੋ ਇਸ ਸ਼ਹਿਰ ਦਾ ਵਾਸੀ ਹੈ ਉਹ ਮੇਰਾ ਮੀਤ ਹੈ। ਹੁਣ ਬੇਸ਼ੱਕ ਜਿਹੜਾ ਇਹ ਸ਼ਬਦ ਹੈ ਉਹ ਅੰਦਰ ਦੀ ਇੱਕ ਅਵਸਥਾ ਵਾਸਤੇ ਲਿਖਿਆ ਗਿਆ, ਪਰ ਇਸ ਅਵਸਥਾ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਲਗਾ ਕੇ ਜ਼ਰਾ ਸਮਝ ਕੇ ਦੇਖਿਓ ਜੇ, ਤਾਂ ਤੁਹਾਨੂੰ ਸਮਝ ਆਊਗੀ ਕਿ ਗੁਰੂ ਮਹਾਰਾਜ ਨੇ ਜਿਹੜਾ ਇੱਕ ਮਾਡਲ ਦਿੱਤਾ ਹੈ ਕਿ ਇਸ ਤਰ੍ਹਾਂ ਦੇ ਰਾਜ ਹੁੰਦੇ ਆ, ਉਹ ਮਾਡਲ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ। ਔਰ ਉਸ ਮਾਡਲ ਦੇ ਵਿੱਚੋਂ ਹੀ ਸਰਕਾਰੇ ਖਾਲਸਾ ਦਾ ਮਾਡਲ ਨਿਕਲਦਾ, ਜਿਹਨੂੰ ਅੱਜ ਲੋਕ ਕਹਿੰਦੇ ਆ ਕਿ ਇਸ ਤੋਂ ਬਿਹਤਰ ਜਿਹੜਾ ਰਾਜ ਆ ਉਹ ਕਦੀ ਹੋਇਆ ਨਹੀਂ। ਸੋ ਆਪਾਂ ਜਿਹੜੀਆਂ ਆਪਣਾ ਜਿਹੜਾ ਇਤਿਹਾਸ ਹੈ ਉਹਨੂੰ ਥੋੜ੍ਹਾ ਜਿਹਾ ਹੋਰ ਡੂੰਘਾਈ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਇਹ ਸ਼ਬਦ ਇੱਕ ਵਾਰੀ ਦੁਬਾਰਾ ਪੜ੍ਹਨ ਦੀ ਕੋਸ਼ਿਸ਼ ਕਰਿਓ ਜੇ, ਔਰ ਬਕਾਇਦਾ ਹਲੇਮੀ ਰਾਜ ਵਾਲਾ ਸ਼ਬਦ ਵੀ ਦੁਬਾਰਾ ਪੜ੍ਹਨ ਦੀ ਕੋਸ਼ਿਸ਼ ਕਰਿਓ, ਅਤੇ ਫਿਰ ਵੇਖਿਓ ਕਿ ਅੰਮ੍ਰਿਤਸਰ ਸਾਹਿਬ ਦਾ ਜਿਹੜੀ ਉਸਾਰੀ ਹੁੰਦੀ ਆ ਉਹ ਕਿੱਦਾਂ, ਤੁਹਾਨੂੰ ਪਤਾ ਲੱਗੂਗਾ ਕਿ ਕਿੱਦਾਂ ਇਹ ਇੱਕ ਹੀ ਚੀਜ਼ ਹੈ। ਬੇਸਿਕਲੀ ਗੁਰੂ ਮਹਾਰਾਜ ਨੇ ਇਹ ਜੋ ਇੱਕ ਥਿਊਰੀ ਦਿੱਤੀ ਔਰ ਫਿਰ ਉਹਨੂੰ ਪ੍ਰੈਕਟੀਕਲ ਕਰਕੇ ਦਿਖਾਇਆ, ਔਰ ਪ੍ਰੈਕਟੀਕਲੀ ਉਹ ਸ਼ਹਿਰ ਵਸਦਾ ਰਿਹਾ। ਇਹੀ ਕਾਰਨ ਹੈ ਕਿ ਬਾਰ-ਬਾਰ ਉਸ ਸ਼ਹਿਰ ਨੂੰ ਸਾਡੇ ਚੋਂ, ਕਿਉਂਕਿ ਉਹੀ ਸ਼ਹਿਰ ਸਾਡੇ ਪਾਤਸ਼ਾਹੀ ਦਾਅਵੇ ਦਾ ਸਭ ਤੋਂ ਵੱਡਾ ਪ੍ਰਤੀਬਿੰਬ ਹੈ, ਸਿੰਬਲ ਹੈ। ਅੱਜ ਦੀਆਂ ਮੇਰੀਆਂ ਇੰਨੀਆਂ ਬੇਨਤੀਆਂ ਜਿਹੜੀਆਂ ਪ੍ਰਵਾਨ ਕਰਨਾ। ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ। ਅਗਲੇ ਐਪੀਸੋਡ ਦੇ ਵਿੱਚ ਆਪਾਂ ਲਾਵਾਂ ਬਾਰੇ ਗੱਲ ਕਰਨੀ ਆ, ਉਹ ਵੀ ਬਹੁਤ ਇੰਪੋਰਟੈਂਟ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਲਡਸ ਨੰਬਰ 1 ਸਿੱਖ ਮੀਡੀਆ ਅਕਾਲ ਚੈਨਲ ਦਾ ਸਿੱਖੀ ਤੇ ਆਧਾਰਿਤ ਬੇਹੱਦ ਹੀ ਹਰਮਨ ਪਿਆਰਾ ਪ੍ਰੋਗਰਾਮ ਕਿਰਦਾਰੇ ਖਾਲਸਾ ਅਕਾਲ ਚੈਨਲ ਦੇ ਨਾਲ ਹੁਣ ਪੋਡਕਾਸਟ ਦੇ ਹੋਰ ਨੈਟਵਰਕਸ ਸਪੋਟੀਫਾਈ, ਗੂਗਲ ਪੋਡਕਾਸਟ, ਐਮਾਜ਼ਨ ਆਡੀਬਲ ਅਤੇ ਐਪਲ ਪੋਡਕਾਸਟ ਤੇ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜੀ।